ਅੱਜ ਅਸੀਂ ਆਏ ਹਾਂ ਇੱਥੇ ਵਿਸ਼ਵ ਪੰਜਾਬੀ ਭਵਨ ਵਿੱਚ। ਇੱਥੇ ਇਹਨਾਂ ਦੀ 3 ਦਿਨਾਂ ਦੀ ਕਾਨਫਰੰਸ ਚੱਲ ਰਹੀ ਸੀ। ਅੱਜ ਇਹ ਤੀਜਾ ਦਿਨ ਹੈ ਇੱਥੇ, ਤੇ ਸਾਡੇ ਨਾਲ ਨੇ ਡਾਕਟਰ ਦਲਬੀਰ ਸਿੰਘ ਕਤੂਰੀਆ ਜੀ, ਜਿਨ੍ਹਾਂ ਨੇ ਇਹ ਸਾਰਾ ਕੁਝ ਆਰਗੇਨਾਈਜ਼ ਕੀਤਾ ਹੈ, ਤੇ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਵਿਊਜ਼ ਵੀ ਕੁਝ ਲਈਏ। ਤੇ ਡਾਕਟਰ ਦਲਬੀਰ ਸਿੰਘ ਕਤੂਰੀਆ ਨੂੰ ਮੈਂ ਰਿਕੁਐਸਟ ਕਰਨਾ, ਜੇ ਤੁਸੀਂ ਅੱਜ ਜਿਹੜੀ ਕਾਨਫਰੰਸ ਤੁਸੀਂ ਕੀਤੀ ਹੈ ਨਾ 3 ਦਿਨਾਂ ਦੀ, ਇਹਦੇ ਹਵਾਲੇ ਨਾਲ ਕੁਝ ਸਾਡੇ ਨਾਜ਼ਰੀਨ ਨੂੰ ਵੀ ਕੁਝ ਦੱਸੋ। ਸਭ ਤੋਂ ਪਹਿਲਾਂ ICA TV ਦੇ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਕਿ ਦਲਬੀਰ ਸਿੰਘ ਕਤੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਅਲੈਕਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ, ਤੀਜੀ ਕਾਨਫਰੰਸ ਇਸ ਲਈ ਕਹਿੰਦੇ ਕਿ ਪਹਿਲੀ ਕਾਨਫਰੰਸ ਸਾਡੀ ਹੋਈ ਸੀ ਦੁਬਈ ਦੇ ਵਿੱਚ, ਦੂਸਰੀ ਕਾਨਫਰੰਸ ਅਸੀਂ ਕਰਾਈ ਲਾਹੌਰ ਪਾਕਿਸਤਾਨ ਦੇ ਵਿੱਚ, ਅੱਜ ਇਹ ਬਰੈਂਪਟਨ ਵਿੱਚ ਪਹਿਲੀ ਤੇ ਵੈਸੇ ਤੀਸਰੀ ਕਾਨਫਰੰਸ ਅਸੀਂ ਕਰਵਾਈ ਹੈ। ਔਰ ਜਿਹਦਾ 2 ਦਿਨ ਜਿਹੜੇ ਲੰਘੇ ਹੈ, ਸਾਨੂੰ ਪਤਾ ਕਿ ਸਾਰਿਆਂ ਦਰਸ਼ਕਾਂ ਨੇ ਬਹੁਤ ਆਨੰਦ ਮਾਣਿਆ। ਸਾਡੇ ਕੋਲ ਬਹੁਤ ਹੀ ਵਧੀਆ ਵਿਦਵਾਨ ਬਾਹਰੋਂ ਆਏ ਹੋਏ ਸੀ, ਜਿਨ੍ਹਾਂ ਨੇ ਬਹੁਤ ਹੀ ਕਹਿੰਦੇ ਮੁੱਲਵਾਨ ਗੱਲਾਂ ਕੀਤੀਆਂ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ। ਉਹ ਗੱਲਾਂ ਮੈਂ ਸਾਡੇ ਨਾਲ ਕੀਤੀਆਂ, ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ। ਔਰ ਮੈਂ ਵੀ ਇਹ ਕਹਿੰਦਾ ਕਿ ਇਹੋ ਜਿਹੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ, ਚਾਹੇ ਮੈਂ ਕਰਵਾਵਾਂ ਜਾਂ ਕੋਈ ਵੀ ਕਰਵਾਵੇ ਜਾਂ ਵਿਸ਼ਵ ਪੰਜਾਬੀ ਸਭਾ ਕਰਵਾਵੇ। ਇਹਦੀਆਂ ਕਾਨਫਰੰਸਾਂ ਦਾ ਫਾਇਦਾ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਤੋਂ ਜਿਹੜੇ ਸਾਡੇ ਬੱਚੇ ਦੂਰ ਹੋਣ ਜਾ ਰਹੇ ਆ, ਉਹਨਾਂ ਨੂੰ ਆਪਣੀ ਇਸ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਨਾ ਹੈ, ਉਸ ਲਈ ਸਾਡੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ। ਔਰ ਮਾਂ ਬੋਲੀ ਪੰਜਾਬੀ ਦੇ ਇੱਥੇ ਹਾਲਾਤ ਕੀ ਨੇ, ਪਾਕਿਸਤਾਨ ਵਿੱਚ ਹਾਲਾਤ ਕੀ ਨੇ, ਬਰਤਾਨੀਆ ਵਿੱਚ ਹਾਲਾਤ ਕੀ ਨੇ, ਔਰ ਜਿਹੜੇ ਬਾਹਰੋਂ ਲੋਕ ਆਏ ਸੀ ਅਮਰੀਕਾ ਵਿੱਚ ਹਾਲਾਤ ਕੀ ਨੇ। ਸ਼ਿਕਾਗੋ ਯੂਨੀਵਰਸਿਟੀ ਤੋਂ ਸਾਡੇ ਕੋਲ 2 ਪ੍ਰੋਫੈਸਰ ਆਏ ਹੋਏ ਸੀਗੇ, ਉਹਨਾਂ ਨੇ ਵੀ ਜੋ ਅਮਰੀਕਾ ਦੀਆਂ ਗੱਲਾਂ ਬਾਤਾਂ ਵੀ ਕੀਤੀਆਂ। ਅਮਰੀਕਾ ਦੇ ਬੱਚਿਆਂ ਨੂੰ ਪੰਜਾਬੀ ਸਿਖਾ ਰਿਹਾ ਉੱਥੇ ਸਾਡੇ, ਉਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਮੈਂ ਤਾਂ ਕਹਿੰਦਾ ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤੇ ਪਛਾਣ ਹੋਣਾ ਚਾਹੀਦਾ। ਉਹ ਪੰਜਾਬੀਓ ਵੇਖਿਓ, ਪੰਜਾਬੀ ਨਾ ਭੁਲਾ ਦਿਓ, ਦਿੱਤੀਆਂ ਸ਼ਹਾਦਤਾਂ ਨੂੰ ਮਿੱਟੀ 'ਚ ਨਾ ਰਲਾ ਦਿਓ। ਇਹ ਲਹਿੰਦੇ ਤੇ ਚੜ੍ਹਦੇ ਪੰਜਾਬ ਜਿਹੜੀ ਪੰਜਾਬੀ ਹੈ, ਅਸੀਂ ਉਹਦੇ ਲਈ ਕੋਸ਼ਿਸ਼ਾਂ ਕਰ ਰਹੇ ਹਾਂ। ਇਸ ਲਈ ਅਸੀਂ ਪਾਕਿਸਤਾਨ ਵੀ ਜਾਂਦੇ ਹਾਂ, ਇੱਥੇ ਵੀ ਕਰ ਰਹੇ ਹਾਂ। ਉਹ 2 ਦਿਨ ਬਹੁਤ ਵਧੀਆ ਨਿਕਲੇ। ਅਸੀਂ ਇਹਦੇ 'ਚ ਨਾਲ ਇਕੱਲੀ ਪੰਜਾਬੀ ਮਾਂ ਬੋਲੀ ਦੀ ਗੱਲ ਹੀ ਨਹੀਂ ਕੀਤੀ। ਜਿਹੜੇ ਸਾਡੇ ਪੰਜਾਬੀ ਬੱਚੇ, ਚਾਹੇ ਉਹ ਪਾਕਿਸਤਾਨ ਤੋਂ ਆ ਰਹੇ ਆ, ਚਾਹੇ ਹਿੰਦੁਸਤਾਨ ਤੋਂ ਆ ਰਹੇ ਆ, ਉਹਨਾਂ ਦੀਆਂ ਮੁਸ਼ਕਲਾਂ ਬਾਰੇ ਵੀ ਸਾਡਾ ਕੱਲ੍ਹ ਇੱਕ ਸੈਮੀਨਾਰ ਸੀਗਾ, ਜਿਹਦੇ ਸਾਡੇ ਰੋਬਨਦੀਪ ਕੌਰ ਸੈਣੀ ਸਾਡੀ ਯੂਥ ਦੀ ਪ੍ਰਧਾਨ ਬਣਾਈ ਹੋਈ ਹੈ, ਉਹਨੇ ਆਰਗੇਨਾਈਜ਼ ਕੀਤਾ ਸੀ। ਉਹਦਾ ਵੀ ਬਹੁਤ ਵਧੀਆ ਇੰਪੈਕਟ ਨਿਕਲਿਆ। ਲੋਕਾਂ ਨੇ ਬਹੁਤ ਕੁਝ ਸਲਾਹਾਂ ਵੀ ਦਿੱਤੀਆਂ। ਨਾਲ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਵੀ ਆਏ ਹੋਏ ਸੀ, ਉਹਨਾਂ ਨੇ ਗੱਲਬਾਤ ਕੀਤੀ। ਮਤਲਬ ਕਿ ਆਲ ਓਵਰ ਇਹ ਪੈਕੇਜ ਕਿ ਇਨਸਾਨੀਅਤ ਦੇ ਨਾਤੇ ਸਾਰਿਆਂ ਗੱਲਾਂ ਤੋਂ ਇਹ ਕਾਨਫਰੰਸ ਜਿਹੜੀ ਹੈ ਵੱਖਰੀ ਹੋ ਨਿਬੜੀ। ਕਾਨਫਰੰਸਾਂ ਬਹੁਤ ਹੁੰਦੀਆਂ ਨੇ, ਪਰ ਇਹ ਕਾਨਫਰੰਸ ਦਾ ਡਾਕਟਰ ਹੋਰਾਂ ਨੇ ਜਦੋਂ ਆਤਮਜੀਤ ਹੋਰਾਂ ਨੇ ਮੁਲਾਂਕਣ ਕੀਤਾ, ਉਹ ਕਹਿੰਦੇ ਕਿ ਮੈਂ ਬੜੀਆਂ ਕਾਨਫਰੰਸਾਂ ਦੇਖੀਆਂ, ਮੈਂ ਇੰਟਰਨੈਸ਼ਨਲ ਕਾਨਫਰੰਸ ਦੇਖੀਆਂ, ਯੂਰਪ 'ਚ ਗਿਆ, ਵਰਲਡ 'ਚ ਗਿਆ ਹੋਇਆ, ਘੱਟੋ ਘੱਟ 100 ਕਾਨਫਰੰਸਾਂ ਮੈਨੂੰ ਕਹਿੰਦੇ ਸ਼ੀਲਾਂ ਮਿਲੀਆਂ ਹੋਈਆਂ। ਜਿਹੜੀ ਮੈਂ ਕੱਲ੍ਹ ਕਾਨਫਰੰਸ ਵੇਖੀ ਹੈ, ਇਸ ਦਾ ਕੋਈ ਮੁੱਲ ਨਹੀਂ ਹੈ। ਜਦੋਂ ਇਹੋ ਜਿਹੇ ਵਿਦਵਾਨ ਸਾਨੂੰ ਇਹ ਗੱਲ ਕਹਿ ਦਿੰਦੇ ਆ, ਸਾਡੀ ਛਾਤੀ ਜਿਹੜੀ ਹੈ ਉਹ ਹੋਰ ਚੌੜੀ ਹੋ ਜਾਂਦੀ ਹੈ ਕਿ ਦੇਖੋ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਸਾਡੇ ਇਹਨਾਂ ਵਿਦਵਾਨਾਂ ਨੂੰ ਚੰਗੀ ਲੱਗੀ ਹੈ। ਔਰ ਮੈਂ ਤੁਹਾਡੇ ਜਿਹੜਾ ਮੀਡੀਆ ਰਾਹੀਂ ਜਿਹੜੀ ਗੱਲਬਾਤ ਸਾਡੀ ਜਾਰੀ ਹੈ ਸਾਰਿਆਂ ਤੱਕ, ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਇਹ ਸਾਡੀ ਗੱਲਬਾਤ ਨੂੰ, ਸਾਡੀ ਇਸ ਕਾਨਫਰੰਸ, ਅਸੀਂ ਇੱਥੇ ਬੈਠੇ ਹਾਂ, ਜਿਹੜਾ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਇਸ ਕਾਨਫਰੰਸ ਨੂੰ ਪਹੁੰਚਾਇਆ, ਬਹੁਤ ਬਹੁਤ ਧੰਨਵਾਦ। ਇਹੋ ਜਿਹੀਆਂ ਕਾਨਫਰੰਸ ਕਰਦੇ ਹਾਂ। ਅੱਜ ਤੀਸਰਾ ਦਿਨ ਹੈ। ਤੀਸਰੇ ਦਿਨ ਹਮੇਸ਼ਾ ਗੱਲਾਂ ਬਾਤਾਂ ਹੁੰਦੀਆਂ ਨੇ, ਪਰ ਅਸੀਂ ਅੱਜ ਤੀਸਰੇ ਦਿਨ ਵੀ ਸਾਡੇ ਵਿਦਵਾਨ ਜਿਹੜੇ ਪਰਚੇ ਵੀ ਪੜ੍ਹਨਗੇ, ਉਹ 'ਤੇ ਗੱਲਾਂ ਬਾਤਾਂ ਵੀ ਹੋਣਗੀਆਂ। ਉਸ ਤੋਂ ਬਾਅਦ ਸਾਡਾ ਗੀਤ ਸੰਗੀਤ ਹੋਏਗਾ। ਔਰ ਜਦੋਂ ਖਾਣੇ ਤੋਂ ਬਾਅਦ ਜਿਹੜਾ ਸਾਡਾ ਉਹ ਫਿਰ ਗਿੱਧਾ ਭੰਗੜਾ ਸੱਭਿਆਚਾਰ ਨਾ ਹੋਵੇ ਤਾਂ ਫਿਰ ਉਹ ਪੂਰੀ ਨਹੀਂ ਹੁੰਦੀ। ਅਸੀਂ ਉਹਦੀ ਸੈਲੀਬ੍ਰੇਸ਼ਨ ਮਨਾਵਾਂਗੇ, ਗਿੱਧੇ ਭੰਗੜੇ ਜਾਗੋ ਵੀ ਕੱਢਾਂਗੇ, ਅਤੇ ਨਾਲ ਦੀ ਦੱਸ ਦੇ ਕਿ ਅੱਜ ਸਾਡਾ ਤੀਸਰਾ ਦਿਨ ਹੈ, ਆਖਰੀ ਦਿਨ ਹੈ। ਜਿੰਨੇ ਤੁਸੀਂ ਦੇਖ ਰਹੇ ਹੋ, ਤੇ ਤੁਹਾਨੂੰ ਇਹ 'ਚ ਗੱਲ ਚੰਗੀ ਲੱਗੀ, ਸਾਡੀ ਕਾਨਫਰੰਸ ਚੰਗੀ ਲੱਗੀ ਹੋਵੇ, ਤਾਂ ਇਹਦੀ ਬਹੁਤ ਬਾਹਰ ਗੱਲ ਜ਼ਰੂਰ ਕਰਿਓ। ਜਦੋਂ ਆਪ ਇੱਕ ਦੂਜੇ ਨੂੰ ਗੱਲ ਕਰਦੇ ਹਾਂ, ਪਤਾ ਲੱਗਦਾ ਕਿ ਇਸ ਕਾਨਫਰੰਸ ਕੀ ਹੋਇਆ ਸੀ, ਉਹਦੇ ਨਾਲ ਸਾਡੀ ਜਿਹੜੀ ਗੱਲ ਹੋਰ ਦੂਰ ਤੱਕ ਚਲੀ ਜਾਂਦੀ। ਪਰ ਮੈਂ ਕਹਿੰਦਾ ਜੇ ਤੁਹਾਨੂੰ ਚੰਗੀ ਗੱਲ ਲੱਗੀ ਹੋਵੇ, ਚਾਹੇ ਮਾੜੀ ਵੀ ਲੱਗੀ ਹੋਵੇ, ਸਾਨੂੰ ਸੁਝਾਅ ਜ਼ਰੂਰ ਦਿਓ। ਮੇਰਾ ਨੰਬਰ ਮੈਂ ਦੱਸ ਦਿੰਦਾ, ਮੇਰਾ ਨੰਬਰ 416 700 ਤੇ 9100 ਹੈ, 416 700 9100। ਸਾਨੂੰ ਜ਼ਰੂਰ ਦੱਸਣਾ ਕਿ ਸਾਡੀ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗੀ। ਬਹੁਤ ਮਿਹਰਬਾਨੀ। ICA TV ਦਾ ਤੇ ਬਾਕੀ ਹੋਰ ਵੀ ਮੀਡੀਆ ਦਾ ਮੈਂ ਧੰਨਵਾਦ ਕਰਦਾ ਦਿਲੋਂ ਕਿ ਸਾਡਾ ਸੰਦੇਸ਼ ਹੈ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ। ਔਰ ਸਾਡੇ ਕੋਲ ਸਾਡੇ ਇੱਕ ਭਾਜੀ ਆਏ ਹੋਏ ਆ, ਬਿੱਟਾ ਭਾਜੀ, ਇਹ ਇੰਡੀਆ ਤੋਂ ਮੁਕਤਸਰ ਸਾਹਿਬ ਤੋਂ ਆਏ ਆ। ਉਹ ਪ੍ਰਾਈਮ ਏਸ਼ੀਆ TV ਨਾਲੇ ਕੰਮ ਕਰਦੇ ਆ। ਇਹਨਾਂ ਨੇ ਪ੍ਰਾਈਮ ਏਸ਼ੀਆ TV ਦੇ ਜਿਹੜੀ ਸਾਰੀ ਦੁਨੀਆ ਤੱਕ ਗੱਲ ਪਹੁੰਚਾਉਣੀ ਹੈ। ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਕਿ ਐਡੀ ਦੂਰੋਂ ਇੰਡੀਆ ਤੋਂ ਚੱਲ ਕੇ ਸਾਡੇ ਕੋਲ ਕਵਰੇਜ ਕਰਨ ਲਈ ਆਏ ਆ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਮੈਨੂੰ ICA TV ਕੈਨੇਡਾ ਨਾਲ ਗੱਲ ਕਰਦਿਆਂ ਅੱਛਾ ਲੱਗ ਰਿਹਾ ਕਿ ਮੈਂ ਜਿਹੜੀ ਇਹ ਵਰਲਡ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਇਆ। ਇਹਦੇ ਬਾਰੇ ਆਪਣੇ ਤਾਸੁਰਾਤ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰ ਰਿਹਾ। ਮੈਂ ਬਹੁਤ ਸਾਰੀਆਂ ਕਾਨਫਰੰਸਾਂ ਵਿੱਚ ਸ਼ਿਰਕਤ ਕੀਤੀ ਹੈ ਪਹਿਲਾਂ ਵੀ ਅੱਜ ਤੋਂ, ਲੇਕਿਨ ਇਸ ਕਾਨਫਰੰਸ ਦੀ ਨੌਈਅਤ ਥੋੜ੍ਹੀ ਜਿਹੀ ਵੱਖਰੀ ਹੈ।
ਵੈਸੇ ਸੱਚੀ ਗੱਲ ਇਹ ਹੈ ਕਿ ਜਦੋਂ ਮੈਂ ਆਇਆ ਸਾਂ ਤਾਂ ਮੈਂ ਇਸ ਤੋਂ ਕੋਈ ਬਹੁਤ ਜ਼ਿਆਦਾ ਤਵੱਕੋ ਨਹੀਂ ਸੀ ਕਰ ਰਿਹਾ। ਮੈਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਪਹਿਲੀਆਂ ਕਾਨਫਰੰਸਾਂ ਹੁੰਦੀਆਂ ਉੱਦਾਂ ਦੀ ਹੋਏਗੀ, ਪਰ ਇੱਥੇ ਆ ਕੇ ਮੈਨੂੰ ਹੈਰਾਨੀ ਹੋਈ ਹੈ। ਭਾਵੇਂ ਜਿਹੜੀ ਇਹਦੀ ਹਾਜ਼ਰੀ ਆ ਉਹ ਬਹੁਤ ਵਿਸ਼ਾਲ ਨਹੀਂ ਸੀ ਬਾਹਰੋਂ ਆਏ ਲੋਕਾਂ ਦੀ, ਉੱਦਾਂ ਇੱਥੇ ਹਾਲ ਭਰਿਆ ਰਿਹਾ, ਫਿਰ ਵੀ ਜਿੰਨੇ ਲੋਕ ਆਏ ਸਨ ਉਹਨਾਂ ਨੇ ਬਹੁਤ ਹੀ ਫੋਕਸਡ ਹੋ ਕੇ, ਬਹੁਤ ਹੀ ਇਕਾਗਰ ਚਿੱਤ ਹੋ ਕੇ, ਬਹੁਤ ਜ਼ਿਆਦਾ ਆਪਣੇ ਵਿਸ਼ੇ ਦੇ ਉੱਤੇ ਟਿਕ ਕੇ ਗੱਲ ਕੀਤੀ ਹੈ। ਔਰ ਵਿਸ਼ਾ ਬੜਾ ਬਰੌਡ ਸੀ ਇਹਨਾਂ ਦਾ। ਮੁੱਦਾ ਸਿਰਫ ਇੰਨਾ ਸੀ ਕਿ ਅਸੀਂ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਵਾਸਤੇ ਕਿਹੜੇ ਸੰਕਟਾਂ ਦੇ ਸਾਹਮਣੇ ਆ, ਕਿਸ ਤਰ੍ਹਾਂ ਦੀਆਂ ਸਾਨੂੰ ਵੰਗਾਰਾਂ ਨੇ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਇਸ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਆ ਜਾਂਦੇ ਆ, ਪਾਕਿਸਤਾਨ ਤੋਂ ਜਾਂ ਪੰਜਾਬ, ਹਿੰਦੁਸਤਾਨ ਵਾਲੇ ਪੰਜਾਬ 'ਚੋਂ, ਤਾਂ ਸਾਨੂੰ ਕਿਸ ਤਰ੍ਹਾਂ ਦੀਆਂ ਕਠਿਨਾਈਆਂ, ਜਿਹੜੀਆਂ ਮੁਸ਼ਕਲਾਂ ਉਹ ਦਰਪੇਸ਼ ਹੁੰਦੀਆਂ ਨੇ, ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਜੂਝ ਸਕਦੇ ਹਾਂ, ਭਾਸ਼ਾ ਦੇ ਹਵਾਲੇ ਨਾਲ, ਬੋਲੀ ਦੇ ਹਵਾਲੇ ਨਾਲ, ਸਕਾਫਤ ਜਾਂ ਸੱਭਿਆਚਾਰ ਦੇ ਹਵਾਲੇ ਨਾਲ। ਮੈਂ ਸਮਝਦਾ ਕਿ ਇਸ ਕਾਨਫਰੰਸ ਦੇ ਵਿੱਚ ਡਾਕਟਰ ਜੋਗਾ ਸਿੰਘ, ਡਾਕਟਰ ਸੁੱਚਾ ਸਿੰਘ, ਬੀਬੀ ਹਰਜਿੰਦਰ ਕੌਰ, ਇਸ ਤਰ੍ਹਾਂ ਦੇ ਬੰਦਿਆਂ ਨੇ ਜਿਹੜੇ ਆਪਣੇ ਵਿਚਾਰ ਦਿੱਤੇ ਬੜੇ ਗੰਭੀਰ ਰੂਪ ਦੇ ਵਿੱਚ, ਉਹਨਾਂ ਨੇ ਬਹੁਤ ਅੱਛਾ ਮਾਹੌਲ ਪੈਦਾ ਕੀਤਾ ਔਰ ਇੱਕ ਗਾੜਾ ਤੇ ਗੂੜਾ ਵਿਚਾਰ ਚਰਚਾ ਸਾਡੇ ਸਾਹਮਣੇ ਆਇਆ, ਜਿਹਦੇ ਵਿੱਚੋਂ ਕੁਝ ਲੈਣ ਤੇ ਕੁਝ ਅੱਗੇ ਤੋਰਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਪ੍ਰਗਟ ਹੋ ਰਹੀਆਂ ਨੇ। ਇਸ ਕਾਨਫਰੰਸ ਦੇ ਹਵਾਲੇ ਵਿੱਚ ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜੀਆਂ ਬਾਕੀ ਕਾਨਫਰੰਸਾਂ ਹੁੰਦੀਆਂ ਉਹ ਵੀ ਹੁੰਦੀਆਂ ਰਹਿਣੀਆਂ ਚਾਹੀਦੀਆਂ, ਇਹ ਵੀ ਹੋਣੀ ਚਾਹੀਦੀ ਹੈ, ਲੇਕਿਨ ਬਜਾਏ ਇਸ ਦੇ ਕਿ ਅਸੀਂ ਇੱਕ ਦੂਸਰੇ ਦੇ ਨਾਲ ਕੋਈ ਸਾੜਾ ਜਾਂ ਵਿਰੋਧ ਰੱਖੀਏ, ਸਾਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ। ਇਹੀ ਗੱਲ ਮੈਂ ਹਿੰਦੁਸਤਾਨ ਪਾਕਿਸਤਾਨ ਬਾਰੇ ਕਹਿੰਦਾ ਹੁੰਦਾ ਕਿ ਦੋ ਮੁਲਕ ਤੇ ਅਸੀਂ ਬਣ ਗਏ ਹਾਂ, ਪਰ ਸਾਨੂੰ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ, ਰਲ ਕੇ ਉੱਤੇ ਉੱਠਣਾ ਚਾਹੀਦਾ। ਟੋਰਾਂਟੋ ਇੱਕ ਐਸਾ ਸ਼ਹਿਰ ਹੈ, ਬਹੁਤ ਹੀ ਕਮਾਲ ਦਾ ਸ਼ਹਿਰ ਹੈ। ਇਸ ਸ਼ਹਿਰ 'ਚ ਮੈਂ ਪਿਛਲੇ 25-30 ਸਾਲਾਂ ਤੋਂ ਨਾਟਕ ਖੇਡਣ ਆਉਂਦਾ ਰਿਹਾ। ਮੈਂ ਇਸ ਸ਼ਹਿਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਇਹਨੂੰ ਪਿਆਰਦਾ, ਔਰ ਮੈਂ ਇਹ ਵੀ ਜਾਣਦਾ ਕਿ ਜੇ ਪੰਜਾਬ ਤੋਂ ਬਾਅਦ ਕਿਸੇ ਵੀ ਇੱਕ ਸ਼ਹਿਰ ਦੇ ਵਿੱਚ ਪੰਜਾਬੀ ਬੋਲੀ ਦੇ ਵਾਸਤੇ ਬਹੁਤ ਪੀੜਾ, ਬਹੁਤ ਨਿੱਘਰ ਕੰਮ ਕਰਨ ਦੀ ਗੁੰਜਾਇਸ਼ ਹੈ ਤਾਂ ਉਹ ਟੋਰਾਂਟੋ ਜਾਂ ਵੈਨਕੂਵਰ ਵਿੱਚ ਹੈ, ਔਰ ਦੋਨੋਂ ਸ਼ਹਿਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਨੇ। ਸਾਨੂੰ ਇਸ ਲਈ ਬਹੁਤ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ। ਮੇਰਾ ਆਪਣਾ ਇੱਕ ਇਹ ਵੀ ਖਿਆਲ ਹੈ ਕਿ ਇਸ ਸ਼ਹਿਰ ਦੇ ਸੱਭਿਆਚਾਰ ਨੇ, ਜਿੱਥੇ ਕਿ ਮੇਰਾ ਖਿਆਲ ਹੈ ਕਿ ਲੱਖਾਂ ਲੋਕ ਜਿਹੜੇ ਪੰਜਾਬ ਦੇ ਬੈਠੇ ਹੋਏ ਨੇ, ਹੋ ਸਕਦਾ ਹੈ ਇੱਥੇ 1 ਮਿਲੀਅਨ ਪੰਜਾਬੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੋਣ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਮਿੰਦਰ ਆਲੂਵਾਲੀਆ, ਜਨਰਲ ਸਕੱਤਰ ਵਿਸ਼ਵ ਪੰਜਾਬੀ ਸਭਾ ਕੈਨੇਡਾ। ਬਹੁਤ ਮਾਣ ਮਹਿਸੂਸ ਕਰ ਰਿਹਾ ਮੈਂ ICA TV ਦੇ ਸਹਿਯੋਗ ਦੇ ਨਾਲ ਜੋ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਹ 30ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਅੱਜ ਤੀਸਰਾ ਸੰਪੂਰਨ ਹੋਣ ਦਾ ਦਿਨ ਹੈ। ਸੋ ਬਹੁਤ ਸ਼ੁਕਰੀਆ ਪਹਿਲੋਂ ਤੇ ਤੁਹਾਡਾ ਕਿ ਤੁਸੀਂ ਇਸ ਕਾਨਫਰੰਸ ਨੂੰ ਪਹਿਲੇ ਦਿਨ ਤੋਂ ਕਵਰ ਕਰ ਰਹੇ ਹੋ। ਪੰਜਾਬੀ ਬੋਲੀ ਜਿੱਥੇ ਅਸੀਂ ਗੱਲ ਕਰੀਏ, ਅੱਜ ਜਿੱਥੇ ਪਹਿਲੋਂ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਬਾਤ ਆਉਂਦੀ ਸੀ, ਇਹ ਬੋਲੀ ਅੱਜ ਪੂਰੀ ਦੁਨੀਆ ਦੇ ਵਿੱਚ ਸਾਡੇ ਦੋਵਾਂ ਮੁਲਕਾਂ ਦੇ ਪੰਜਾਬੀ ਬੋਲਦੇ ਲੋਕਾਂ ਦੀ ਬਾਤ ਪਾਉਂਦੀ ਹੈ। ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਜੋ ਯਤਨ ਕੀਤੇ ਜਾ ਰਹੇ ਨੇ, ਬੜੇ ਸਾਰਥਕ ਯਤਨ ਹੋ ਰਹੇ ਨੇ, ਪਰ ਇਹ ਸਾਰਥਕ ਉਦੋਂ ਤੱਕ ਪੂਰਨ ਨਹੀਂ ਹੋਣਗੇ ਜਦੋਂ ਤੱਕ ਬਾਕੀ ਦੇ ਲੋਕ, ਭਾਵੇਂ ਉਹ ਦਰਸ਼ਕ ਰੂਪ 'ਚ ਨੇ, ਭਾਵੇਂ ਸਰੋਤੇ ਰੂਪ ਦੇ ਵਿੱਚ ਨੇ, ਭਾਵੇਂ ਪਾਠਕ ਰੂਪ ਦੇ ਵਿੱਚ ਨੇ, ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ। ਬੱਚਿਆਂ ਦੀ ਬੋਲੀ ਬਣਨ ਦੇ ਵਿੱਚ ਹਾਲੇ ਸਮਾਂ ਜ਼ਰੂਰ ਲੱਗ ਰਿਹਾ, ਪਰ ਉਸ ਦੇ ਵਿੱਚ ਮਾਂ-ਬਾਪ ਦਾ ਇੱਕ ਯੋਗਦਾਨ ਵੱਡੀ ਮਹੱਤਤਾ ਰੱਖੇਗਾ। ਜਦੋਂ ਮਾਂ-ਬਾਪ ਬੱਚਿਆਂ ਨੂੰ ਆਪਣੀ ਬੋਲੀ ਇੱਥੇ ਲੈ ਕੇ ਆਉਣ ਤੱਕ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਨਗੇ, ਬੱਚਿਆਂ ਤੱਕ ਬੋਲੀ ਦਾ ਪ੍ਰਸਾਰ ਜਦੋਂ ਹੋ ਜਾਵੇਗਾ ਤਾਂ ਅਸੀਂ ਸਮਝਾਂਗੇ ਅਸੀਂ ਸਫਲ ਹੁੰਦੇ ਹਾਂ। ਸੋ ਇਸ ਗੱਲ ਦੀ ਉਮੀਦ ਕਰਦਾ ਕਿ ਹਰ ਉਹ ਪੰਜਾਬੀ ਦੀ ਬਾਤ ਪਾਉਣ ਵਾਲਾ ਉਹ ਪੰਜਾਬੀ ਜਦੋਂ ਆਪਣੀ ਬੋਲੀ ਨੂੰ ਆਉਂਦੀ ਨਸਲ ਤੱਕ ਪਹੁੰਚਾ ਦੇਵੇਗਾ ਤਾਂ ਪੰਜਾਬੀ ਬੋਲੀ ਦਾ ਸੁਫਰਾ। ਤੇ ਮੈਂ ਇਹ ਜਿਹੜੀ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਬਰੈਂਪਟਨ ਦੇ ਵਿੱਚ ਹੋ ਰਹੀ ਆ, ਉਹਦੇ ਵਿੱਚ ਭਾਗ ਲੈ ਰਿਹਾ ਤੇ ਮੈਂ ਇਹਦੇ 'ਚ ਪ੍ਰਬੰਧਕੀ ਜਿਹੜਾ ਹੈ ਬੋਰਡ, ਉਹਦੇ ਨਾਲ ਵੀ ਜੁੜਿਆ ਹਾਂ ਜੀ। ਇਹ ਉਪਰਾਲਾ ਜਿਹੜਾ ਹੈਗਾ ਇਹ ਡਾਕਟਰ ਦਲਬੀਰ ਸਿੰਘ ਕਥੂਰੀਆ ਹੋਰਾਂ ਦੇ ਇਨੀਸ਼ੀਏਟਿਵ ਦੇ ਉੱਤੇ, ਉਹਨਾਂ ਦੀ ਪਹਿਲ ਕਦਮੀ ਦੇ ਉੱਤੇ ਕੀਤਾ ਗਿਆ ਆ, ਔਰ ਇਹਦੇ ਵਿੱਚ ਵਿਸ਼ਵ ਭਰ ਦੇ ਜਿਹੜੇ ਵਿਦਵਾਨ ਨੇ ਉਹ ਸ਼ਾਮਲ ਹੋ ਰਹੇ ਨੇ, ਜਿਹਦੇ ਵਿੱਚ ਪਾਕਿਸਤਾਨ, ਭਾਰਤ, ਇੰਗਲੈਂਡ ਔਰ ਅਮਰੀਕਾ ਵੀ ਸ਼ਾਮਲ ਨੇ। ਤੇ ਇਹ ਜਿਹੜਾ ਉਪਰਾਲਾ ਹੈਗਾ ਇਹਨਾਂ ਨੇ ਵਿਸ਼ੇਸ਼ ਤੌਰ ਤੇ ਇਸ ਕਰਕੇ ਕੀਤਾ ਹੈਗਾ ਕਿ ਜਿਹੜੇ ਦੁਨੀਆ ਭਰ 'ਚ ਵੱਸਦੇ ਪੰਜਾਬੀ ਨੇ ਉਹਨਾਂ ਨੂੰ ਪਰੋਣ ਵਾਲੀ ਜਿਹੜੀ ਕੜੀ ਆ ਉਹ ਪੰਜਾਬੀ ਭਾਸ਼ਾ ਆ, ਤਾਂ ਉਹਨੂੰ ਕਿਵੇਂ ਬਚਾਇਆ ਜਾਵੇ, ਕਿਵੇਂ ਪ੍ਰਫੁੱਲਤ ਕੀਤਾ ਜਾਵੇ, ਕਿਵੇਂ ਉਹਨੂੰ ਪੇਸ਼ ਵੰਗਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ
ਅਸੀਂ ਸਾਹਮਣਾ ਉਹਨਾਂ ਦਾ ਕਰ ਸਕੀਏ, ਜਿਹੜੇ ਮਸਲੇ ਨੇ ਉਹਨਾਂ ਦੇ ਹੱਲ ਕਰ ਸਕੀਏ। ਸੋ ਉਹਦੇ ਲਈ ਇਹ 3 ਦਿਨਾਂ ਕਾਨਫਰੰਸ ਜਿਹੜੀ ਆ ਉਹ ਆਯੋਜਿਤ ਕੀਤੀ ਗਈ ਆ ਔਰ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਹਾਂਜੀ, ਮੈਂ ਪ੍ਰਭ ਸ਼ਰਨ। ਅੱਜ ਬਹੁਤ ਸੁਭਾਗਾ ਦਿਨ ਹੈ ਮੇਰੇ ਲਈ। ਮੈਂ ਇੱਥੇ ਸਾਰੇ ਵੱਡੇ ਬੁੱਧੀਜੀਵੀਆਂ ਦੇ ਵਿੱਚ, ਵਿਚਾਰਵਾਨਾਂ ਦੇ ਵਿੱਚ, ਵੱਡੇ ਬੰਦਿਆਂ ਦੇ ਵਿੱਚ ਆਈ ਹੋਈ ਹਾਂ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਇਹੋ ਜਿਹੇ ਉਪਰਾਲੇ ਅਗਰ ਹੁੰਦੇ ਰਹਿਣਗੇ, ਹੋ ਹੀ ਰਹੇ ਨੇ, ਲੇਕਿਨ ਜੇ ਇਹਨਾਂ ਦੇ ਉੱਤੇ ਉਪਰਾਲੇ ਹੋਣਗੇ, ਵਰਕ ਹੋਊਗਾ, ਗੱਲ ਅੱਗੇ ਚੱਲੂਗੀ ਤਾਂ ਇਹ ਸਾਡੀ ਬਹੁਤ ਵੱਡੀ ਡੋਨੇਸ਼ਨ ਹੋਊਗੀ ਸਾਡੀਆਂ ਨਸਲਾਂ ਦੇ ਲਈ, ਆਉਣ ਵਾਲੀਆਂ ਨਸਲਾਂ ਲਈ, ਸਾਡੇ ਬੱਚਿਆਂ ਦੇ ਲਈ ਕਿ ਪਿਛੋਕੜ ਕੀ ਹੈ, ਤੁਰ ਕਿੱਥੇ ਰਹੇ ਹਾਂ, ਅਸੀਂ ਕੌਣ ਆ, ਅਸੀਂ ਪਹਿਚਾਣ ਬਣਾਉਣੀ ਹੈ। ਸੋ ਇਹ ਇੱਕ ਲਗਨ ਹੈ। ਉਹੀ ਲੋਕ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਇੱਕ ਸਿੱਖ ਹੈ, ਕੁਛ ਕਰਨ ਦਾ ਵਲਵਲ ਹੈ। ਸੋ ਬਹੁਤ ਮੈਂ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਔਰ ਸੱਚੀ ਮੁੱਚੀ ਸਕੂਨ ਲੱਗ ਰਿਹਾ ਸਾਰਿਆਂ ਨੂੰ ਦੇਖ ਕੇ। ਔਰ ਮੇਰਾ ਸੁਨੇਹਾ ਵੀ ਹੈ ਕਿ ਇਹੋ ਜਿਹੀਆਂ ਮਹਿਫਲਾਂ ਸਜਦੀਆਂ ਰਹਿਣ। CTV ਕੈਨੇਡਾ ਦੇ ਸਾਰੇ ਦਰਸ਼ਕਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਜੀਤ ਸਿੰਘ ਬਿਰਦੀ ਤੇ ਮੈਂ ਅੱਜ ਸ਼ਾਮਲ ਹੈਗਾ ਜੀ ਵਿਸ਼ਵ ਪੰਜਾਬੀ ਸਭਾ ਵੱਲੋਂ ਜਿਹੜਾ ਆਯੋਜਿਤ ਕੀਤਾ ਗਿਆ ਵਿਸ਼ਵ ਪੰਜਾਬੀ ਕਾਨਫਰੰਸ, ਉਹਦੇ ਵਿੱਚੋਂ ਮੈਂ ਸ਼ਾਮਲ ਹੋ ਰਿਹਾ ਤੁਹਾਡੇ ਨਾਲ ਜੀ, ਹਾਜ਼ਰ ਲਵਾ ਰਿਹਾ ਤੁਹਾਡੇ ਨਾਲ ਮੈਂ। ਤੇ ਇਹ ਜਿਹੜੀ ਕਾਨਫਰੰਸ ਹੈ ਜੀ 16, 17 ਤੇ 18 3 ਦਿਨ ਲਗਾਤਾਰਤਾ ਨਾਲ ਚੱਲੀ ਹੈ, ਨਿਰੰਤਰ ਚੱਲੀ ਹੈ, ਨਿਰਵਿਘਨ ਚੱਲੀ ਹੈ। ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ, ਅਸੀਂ ਇਸ ਕਾਨਫਰੰਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਹੈਗੇ ਜੀ। ਤੇ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਆ, ਦੂਰੋਂ ਦੁਰਾਡੇ ਤੋਂ ਲੋਕ ਆਏ, ਸਾਡੇ ਕੋਲ ਫਿਲਾਸਫਰ ਆਏ, ਸਾਡੇ ਕੋਲ ਬੁੱਧੀਜੀਵੀ ਆਏ, ਲੇਖਕ ਆਏ, ਸਾਡੇ ਕੋਲ ਕਵੀ ਆਏ, ਸਾਡੇ ਕੋਲ ਗਾਇਕ ਆਏ, ਸਾਡੇ ਕੋਲ ਦਰਸ਼ਕ ਆਏ ਜੀ ਅਮਰੀਕਾ ਤੋਂ ਸਾਨੂੰ ਸੁਣਨ ਵਾਸਤੇ, ਸਾਨੂੰ ਇਸ ਜਿਹੜੀਆਂ ਬੁੱਧੀਜੀਵੀ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ। ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਧੰਨਵਾਦ ਉਹਨਾਂ ਦਾ ਵੀ ਕਰਦਾ ਜਿਹੜੇ ਸੱਜਣਾਂ ਨੇ, ਜਿਹੜੇ ਮਿੱਤਰਾਂ ਪਿਆਰਿਆਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਸਾਡੇ ਭਰਾਵਾਂ ਨੇ, ਭੈਣਾਂ ਨੇ ਇਸ TV ਰਾਹੀਂ ਸਾਡਾ ਇਹ ਪ੍ਰੋਗਰਾਮ ਦੇਖਿਆ, ਸਾਡਾ ਪ੍ਰੋਗਰਾਮ ਇਹ ਮਾਣਿਆ, ਲਾਈਵ ਵੀ ਪ੍ਰੋਗਰਾਮ ਮਾਣਿਆ ਜੀ। ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਇਹ ਜਿਹੜੀ ਕਾਨਫਰੰਸ ਹੋਈ ਹੈ ਜੀ, ਇਹ 3 ਦਿਨ ਲਗਾਤਾਰ ਸਾਡੇ ਵੱਡੇ ਭਰਾ ਦਲਬੀਰ ਸਿੰਘ ਕਥੂਰੀਆ ਜੀ ਦੇ ਯਤਨਾਂ ਸਦਕਾ ਇਹ ਪਿਛਲੇ ਸਾਲ ਅਸੀਂ ਕਾਰਵਾ ਚਲਾਇਆ ਸੀਗਾ, ਜਿਹਦੇ ਵਿੱਚ ਸਾਨੂੰ ਵੀ ਉਹਨਾਂ ਨੇ ਸ਼ਾਮਲ ਕੀਤਾ। ਤੇ ਅਸੀਂ ਅੱਜ ਬਹੁਤ ਮਾਣ ਮਹਿਸੂਸ ਕਰਦੇ ਹਾਂ ਵੀ ਵਾਕਈ ਜੋ ਟੀਚਾ ਲੈ ਕੇ ਚੱਲੇ ਸੀਗੇ ਬਹੁਤ ਵਧੀਆ ਤਰੀਕੇ ਨਾਲ ਉਹ ਨੇਪਰੇ ਚੜ੍ਹਿਆ ਜੀ ਅੱਜ। ਤੇ ਪੰਜਾਬੀ ਬਾਰੇ, ਪੰਜਾਬੀ ਵਿਰਸੇ ਬਾਰੇ, ਪੰਜਾਬੀ ਭਾਸ਼ਾ ਬਾਰੇ ਬਹੁਤ ਲੰਮੀਆਂ ਜਿਹੜੀਆਂ ਵਿਚਾਰਾਂ ਹੋਈਆਂ। ਪੰਜਾਬੀ ਭਾਸ਼ਾ ਨੂੰ ਅੱਗੇ ਅਸੀਂ ਆਪਣੀ ਅਗਲੀ ਪੀੜ੍ਹੀ ਤੱਕ ਕਿਵੇਂ ਲੈ ਕੇ ਜਾਣਾ, ਉਹਦੇ ਬਾਰੇ ਗੱਲਾਂ ਬਾਤਾਂ ਹੋਈਆਂ। ਉਹਦੇ ਵਾਸਤੇ ਕੀ ਕੀ ਸਮੱਸਿਆਵਾਂ ਸੀਗੀਆਂ, ਉਹਦੇ ਬਾਰੇ ਗੱਲਾਂ ਬਾਤਾਂ ਬੜੀ ਖੁੱਲ੍ਹ ਕੇ ਹੋਈਆਂ। ਉਹਦੇ ਕੀ ਉਪਰਾਲੇ ਹੋ ਸਕਦੇ ਆ, ਉਹਦੇ ਬਾਰੇ ਗੱਲਬਾਤ ਹੋਈ। ਉਹਦੇ ਬਾਰੇ ਲੋਕਾਂ ਤੋਂ ਵੀ ਸੁਝਾਅ ਲਏ ਗਏ ਵੀ ਅਸੀਂ ਹੋਰ ਕੀ ਕਰ ਸਕਦੇ ਹਾਂ, ਸਰਕਾਰਾਂ ਸਾਡੇ ਨਾਲ ਕਿਵੇਂ ਯੋਗਦਾਨ ਪਾ ਸਕਦੀਆਂ। ਸਾਡੇ ਕੋਲ ਹੋਰ ਜਿਹੜੀਆਂ ਆਉਣ ਵਾਲੇ ਸਾਲਾਂ ਵਿੱਚ ਜੋ ਸਾਡੇ ਟੀਚੇ ਸੀਗੇ ਉਹ ਮਿੱਥੇ ਗਏ ਆ। ਇਹ ਸਾਰਾ ਕੁਝ ਰਲ ਮਿਲ ਕੇ 3 ਦਿਨਾਂ ਦੇ ਵਿੱਚ ਲਗਾਤਾਰ ਨਾਲ ਕੰਮ ਹੋਇਆ। ਤੇ ਬੁੱਧੀਜੀਵੀ ਦੇ ਪਰਚੇ ਪੜ੍ਹੇ ਗਏ ਆ, ਸਾਡੇ ਕੋਲ ਟੋਟਲ ਮਿਲਾ ਕੇ 12-13 ਪਰਚੇ ਪੜ੍ਹੇ ਗਏ ਜੀ। ਤੇ ਨਾਲ ਦੀ ਨਾਲ ਫਿਰ ਕਵੀ ਦੁਆਰ ਹੋਇਆ। ਕੱਲ੍ਹ ਇੱਕ ਬੜਾ ਵੱਡਾ ਪ੍ਰੋਗਰਾਮ ਹੋਇਆ ਜੀ, ਜਿਹੜੇ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਆਏ ਆ ਉਹਨਾਂ ਵੱਲੋਂ ਇੱਕ ਸਮਾਗਮ ਰਚਿਆ ਗਿਆ ਸੀ। ਉਹਨਾਂ ਦੀਆਂ ਕੀ ਸਮੱਸਿਆਵਾਂ ਹੈਗੀਆਂ, ਉਹ ਆਪਣੇ ਭਾਈਚਾਰੇ ਨਾਲ, ਇੱਥੋਂ ਦੇ ਕੈਨੇਡਾ ਦੇ ਸਿਸਟਮ ਨਾਲ ਕਿਵੇਂ ਜੁੜ ਸਕਦੇ ਆ, ਉਹਨਾਂ ਨੂੰ ਕੀ ਪ੍ਰੋਬਲਮ ਹੈ, ਉਹਦੇ ਬਾਰੇ ਵੀ ਗੱਲਬਾਤ ਹੋਈ ਹੈ ਜੀ। ਤੇ ਉਸ ਤੋਂ ਬਾਅਦ ਫਿਰ ਅੱਜ ਅਸੀਂ ਸਵੇਰ ਦੇ ਜੋ ਮਾਣ ਰਹੇ ਹਾਂ, ਸਵੇਰੇ ਨਾਮ ਵੰਡ ਸਮਾਰੋਹ ਵੀ ਹੋਇਆ ਜੀ। ਹੁਣ ਸਾਡਾ ਗਾਉਣ ਪਾਣੀ ਵੀ ਚੱਲ ਰਿਹਾ ਜੀ। ਅਸੀਂ ਉਸ ਜੋ ਕੁਝ 3 ਦਿਨਾਂ ਦੀ ਕਾਨਫਰੰਸ ਹੋਈ ਹੈ, ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ। ਉਹਨੂੰ ਅਸੀਂ ਮਨੋਰੰਜਨ ਕਰਕੇ ਜੀ, ਆਪਣੇ ਆਪ ਹੀ ਮਨੋਰੰਜਨ ਕਰਕੇ, ਕੋਈ ਬਾਹਰੋਂ ਬੰਦਾ ਨਹੀਂ ਬੁਲਾਇਆ ਸੀ। ਸਾਡੇ ਵਿੱਚ ਹੀ ਬੜੇ ਵਧੀਆ ਸਿੰਗਰ ਬੈਠੇ ਆ, ਬੜੇ ਵਧੀਆ ਕਵਿਤਾਵਾਂ ਵਾਲੇ, ਬੜੇ ਵਧੀਆ ਹਾਸਰਸ ਕਵਿਤਾਵਾਂ ਵਾਲੇ। ਤੇ ਸਾਡੀਆਂ ਭੈਣਾਂ ਨੇ, ਸਾਡੀਆਂ ਬੀਬੀਆਂ ਨੇ ਬਹੁਤ ਸੋਹਣਾ ਅੱਜ ਗਿੱਧਾ ਪਾਇਆ ਜੀ, ਪੰਜਾਬੀ ਰੰਗ ਬੰਨ੍ਹਿਆ। ਤੇ ਇਹਦੇ ਨਾਲ ਨਾਲ ਸਾਡੇ ਕੋਲੇ ਪਾਕਿਸਤਾਨ ਤੋਂ ਵੀ ਸਾਡੇ ਕੋਲੇ ਬੁੱਧੀਜੀਵੀ ਆਏ ਸੀ। ਮੈਡਮ ਤਾਹਿਰਾ ਸਰਾਂ ਜੀ ਸਾਡੇ ਕੋਲੇ 3 ਦਿਨ ਰਹੇ ਆ। ਤੇ ਡਾਕਟਰ ਨਬੀਲਾ ਜੀ, ਨਬੀਲਾ ਰਹਿਮਾਨ, ਉਹ ਸਾਡੇ ਕੋਲ 2 ਦਿਨ ਰਹੇ ਆ ਜੀ। ਉਹ ਅੱਜ ਪਰਚਾ ਵੀ ਪੜ੍ਹ ਕੇ ਗਏ ਆ। ਇਸ ਤਰ੍ਹਾਂ ਪਾਕਿਸਤਾਨ ਤੋਂ ਹੋਰ ਵੀ ਭਰਾ ਸਾਡੇ ਨਾਲ ਸ਼ਾਮਲ ਹੋਏ ਸੀ। ਓਵਰਆਲ ਕਹਿਣ ਦਾ ਮਤਲਬ ਜੀ, ਮੈਂ ਖਤਮ ਇਹਨੂੰ ਇਸ ਗੱਲ ਨਾਲ ਕਰੂੰਗਾ ਵੀ ਇਹ ਜਿੱਥੇ ਵੀ ਪੰਜਾਬੀ ਵੱਸਦੇ ਜੀ, ਭਾਵੇਂ ਕੈਨੇਡਾ 'ਚ ਵੱਸਦੇ ਆ, ਭਾਵੇਂ ਭਾਰਤ 'ਚ ਹੈ ਜੀ, ਭਾਵੇਂ ਪਾਕਿਸਤਾਨ 'ਚ ਹੈਗੇ, ਭਾਵੇਂ ਇੰਗਲੈਂਡ 'ਚ ਹੈ, ਭਾਵੇਂ ਅਮਰੀਕਾ 'ਚ ਹੈ, ਉਹ ਸਾਰੇ ਦੇਸ਼ਾਂ ਤੋਂ ਸਾਡੇ ਕੋਲ ਸਾਰੇ ਸ਼ਾਮਲ ਹੋਏ ਆ। ਤੇ ਉਹ ਸਾਰਿਆਂ ਨੇ ਰਲ ਮਿਲ ਕੇ ਜੋ ਕੰਮ ਹੀ ਨੂੰ ਵਿਸ਼ੇ ਦਿੱਤੇ ਸੀ ਉੱਤੇ ਵਿਚਾਰਾਂ ਕਰਕੇ ਤੇ ਅਗਲੀਆਂ ਪੈੜਾਂ ਪਾਉਣ ਵਾਸਤੇ ਅਸੀਂ ਤਿਆਰ ਹਾਂ ਜੀ। ਹੁਣ ਅੱਜ ਇਸ ਦੀ ਸਮਾਪਤੀ ਹੈ। ਤੇ ਇੱਕ ਵਾਰ ਫਿਰ ਮੈਂ ਜਾਂਦਾ ਜਿੰਨੇ ਵੀ ਸਾਡੇ ਨਾਲ ਦਰਸ਼ਕ ਜੁੜੇ ਜੀ, ਜਿੰਨੇ ਸਾਡੇ ਕੋਲ ਮਹਿਮਾਨ ਹੈ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ। ਤੇ ਉਮੀਦ ਕਰਦਾ ਵੀ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਜੁੜੇ ਰਹੋਗੇ ਤੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਇੱਥੋਂ ਹੋਰ ਵਧੀਆ ਤਰੀਕੇ ਨਾਲ ਉਪਰਾਲੇ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। सत श्री अकाल जी, नमस्कार जी, आदाब जी। मैं डॉक्टर सुरेंद्र कमल विश्व पंजाबी कानफ्रेंस हो रही है कनेडा की धरती के उत्ते ब्रैम्पटन दे विच। विश्व पंजाबी भवन जो दलबीर सिंह कथूरिया होरां दी बदौलत इस धरती के उत्ते अज पूरे निठ के बैठ गया।
ਸੋ ਮੈਂ ਪੰਜਾਬੀਆਂ ਜਿੱਥੇ ਵਿਸ਼ਵ ਦੇ ਵਿੱਚ ਪੰਜਾਬੀ ਵਾਸਤੇ ਨੇ, ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਨੂੰ ਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਵਧਾਈ ਦਿੰਦੀ ਆ ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਦੀਆਂ ਕਾਨਫਰੰਸਾਂ ਹੋ ਰਹੀਆਂ ਨੇ, ਪੰਜਾਬੀ ਦੀ ਗੱਲ ਹੋ ਰਹੀ ਆ। ਤੇ ਜਿਹੜੇ ਪੰਜਾਬ ਦੀ ਧਰਤੀ ਭਾਰਤ ਤੋਂ ਤੌਖਲੇ ਉੱਠ ਕੇ ਪੂਰੇ ਵਿਸ਼ਵ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਤੁਰੇ ਨੇ, ਮੈਂ ਮੁਬਾਰਕ ਦਿੰਦੀ ਆ ਕਿ ਉਹ ਤੌਖਲੇ ਜਿਹੜੇ ਨੇ ਉਹ ਉਹਨਾਂ ਤੌਖਲਿਆਂ ਦੀਆਂ ਖਾਈਆਂ ਤੋਂ ਕਿਤੇ ਅੱਗੇ ਟੱਪ ਗਏ ਨੇ ਤੇ ਅੱਜ ਵਿਸ਼ਵ ਦੇ ਵਿੱਚ ਮਾਂ ਬੋਲੀ ਦੀ ਗੱਲ ਪੰਜਾਬੀ ਦੀ ਘਰ ਘਰ ਤੁਰੀ ਹੋਈ ਹੈ। ਅੱਜ ਹਰ ਬੰਦੇ ਨੂੰ ਇੱਕ ਉਹ ਆਪਣੀ ਜ਼ਿੰਮੇਵਾਰੀ ਲੈ ਕੇ ਬੈਠਾ ਹੈ ਕਿ ਇਹ ਜਿਹੜੀਆਂ ਵਿਸ਼ਵ ਦੀਆਂ ਕਾਨਫਰੰਸਾਂ ਨੇ ਘਰ ਘਰ ਦੇ ਵਿੱਚ ਪੰਜਾਬੀ ਬੋਲੀ ਜਾਣੀ ਚਾਹੀਦੀ ਹੈ। ਔਰ ਮੇਰੀ ਸਭ ਨੂੰ ਮੁਬਾਰਕ ਹੈ, ਸਭ ਨੂੰ ਵਧਾਈ ਹੈ ਪੰਜਾਬੀਆਂ ਨੂੰ ਕਿ ਅੱਜ ਉਹਨਾਂ ਨੇ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਪੰਜਾਬੀ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਦਿੱਤੇ ਨੇ। ਸੋ ਅੱਜ ਬ੍ਰੈਂਪਟਨ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਇਹ ਕਾਨਫਰੰਸ ਹੋ ਰਹੀ ਹੈ, ਇਹ ਸਾਰੇ ਪੰਜਾਬੀਆਂ ਨੂੰ ਵਧਾਈ ਹੈ, ਭਾਰਤ ਨੂੰ ਵਧਾਈ ਹੈ ਕਿ ਉਸ ਦੇ ਬੱਚੇ ਉਸ ਦੀ ਸਰਜ਼ਮੀਨ ਤੋਂ ਉੱਠ ਕੇ ਅੱਜ ਵਿਸ਼ਵ ਦੇ ਵਿੱਚ ਆਪਣੇ ਝੰਡੇ ਲਹਿਰਾ ਰਹੇ ਨੇ। ਸ਼ੁਕਰੀਆ। ਮੇਰਾ ਨਾਮ ਸਰਬਜੀਤ ਕਾਲੋਂ ਹੈ। ਮੈਂ ਮੇਰੇ ਹਸਬੈਂਡ ਕਾਲੋਂ ਸਾਹਿਬ ਜਿਹੜੇ ਕਿ ਇਹਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਇਨਵੋਲਵ ਨੇ, ਮੈਂ ਵੀ ਉਹਨਾਂ ਦੇ ਨਾਲ ਐਵਰੀ ਡੇ ਆਉਂਦੀ ਹਾਂ ਤੇ ਮੈਨੂੰ ਵੀ ਬਹੁਤ ਇੰਟਰਸਟ ਹੈ ਇਹਨਾਂ ਗੱਲਾਂ ਦੇ ਵਿੱਚ ਜੋ ਕਥੂਰੀਆ ਸਾਹਿਬ ਨੇ ਮੈਨੇਜ ਕੀਤਾ ਹੈ। ਅੱਜ ਤੀਸਰਾ ਦਿਨ ਹੈ ਵਿਸ਼ਵ ਪੰਜਾਬੀ ਕਾਨਫਰੰਸ ਦਾ। ਇਹ ਬਹੁਤ ਹੀ ਵਧੀਆ ਹੈ, ਉਹਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਤੇ ਬਹੁਤ ਕਾਮਯਾਬ ਇਹ ਵਿਸ਼ਵ ਪੰਜਾਬੀ ਕਾਨਫਰੰਸ ਚੱਲ ਰਹੀ ਹੈ। ਸਾਰੇ ਵਿਦਵਾਨ ਇੱਥੇ ਪਹੁੰਚੇ ਨੇ ਔਰ ਬੜੇ ਅੱਛੇ ਲੈਕਚਰ ਹੋਏ, ਬੜੇ ਲੋਕਾਂ ਨੇ ਪਿਆਰ ਨਾਲ ਸੁਣਿਆ। ਬਹੁਤ ਕਾਮਯਾਬ ਵਿਸ਼ਵ ਪੰਜਾਬੀ ਕਾਨਫਰੰਸ ਹੈ ਔਰ ਇਹ ਕਾਨਫਰੰਸਾਂ ਜਿਹੜੀਆਂ ਨੇ ਮੈਂ ਸੋਚਦੀ ਹਾਂ ਕਿ ਹੁੰਦੀਆਂ ਰਹਿਣੀਆਂ ਚਾਹੀਦੀਆਂ ਤੇ ਇਹਦੇ ਨਾਲ ਜਿੰਨੇ ਵੀ ਲੋਕ ਇੱਥੇ ਅਟੈਂਡ ਕਰਦੇ ਆ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਅਸਰ ਹੁੰਦਾ ਔਰ ਘਰ ਜਾ ਕੇ ਉਹ ਮੇਰਾ ਖਿਆਲ ਹੈ ਕਿ ਆਪਣੇ ਬੱਚਿਆਂ ਦੇ ਨਾਲ ਜਿਵੇਂ ਪੰਜਾਬੀ ਦੇ ਬਾਰੇ ਇਹ ਸਾਰਾ ਕੁਝ ਦੱਸਿਆ ਜਾ ਰਿਹਾ ਹੈ ਤੇ ਪੰਜਾਬੀ ਬੋਲਣ ਲਈ ਉਹਨਾਂ ਨੂੰ ਉਤਸ਼ਾਹਿਤ ਕਰਨਗੇ ਔਰ ਇਹਦਾ ਪੂਰਾ ਫਾਇਦਾ ਲੈਣਗੇ। ਸਭ ਤੋਂ ਪਹਿਲਾਂ ਮੈਂ ਸ਼ੁਆਇਬ ਨਾਸਰ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ICTV ਦੇ ਜ਼ਰੀਏ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਡਾਕਟਰ ਦਲਬੀਰ ਸਿੰਘ ਕਥੂਰੀਆ ਜਿਹੜੇ ਦੁਨੀਆ ਭਰ ਦੇ ਅਮੀਰ ਸਿੱਖਾਂ ਦੇ ਵਿੱਚੋਂ ਮੈਂ ਗਿਣਾ ਤਾਂ ਡਾਕਟਰ ਦਲਬੀਰ ਸਿੰਘ ਕਥੂਰੀਆ ਹੋਣਗੇ ਤੇ ਦਿਲ ਦੇ ਅਮੀਰ ਮੈਂ ਗਿਣਾ ਤਾਂ ਵੀ ਡਾਕਟਰ ਦਲਬੀਰ ਸਿੰਘ ਕਥੂਰੀਆ ਹੋਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਨੇ, ਨਿਰਸਵਾਰਥ ਕੰਮ ਕਰ ਰਹੇ ਨੇ ਔਰ ਆਪਣੀ ਜੇਬ ਚੋਂ ਖਰਚਾ ਕਰਕੇ ਕੰਮ ਕਰ ਰਹੇ ਨੇ। ਇਸ ਤਰ੍ਹਾਂ ਦੇ ਇਨਸਾਨ ਫਰਿਸ਼ਤੇ ਹੁੰਦੇ ਆ, ਦੇਵਤੇ ਹੁੰਦੇ ਆ ਔਰ ਉਹਨਾਂ ਨੂੰ ਚਿੰਤਾ ਹੁੰਦੀ ਹੈ ਆਪਣੇ ਸੱਭਿਆਚਾਰ ਦੀ, ਆਪਣੀ ਪੰਜਾਬ ਦੀ, ਪੰਜਾਬੀਅਤ ਦੀ ਔਰ ਉਹ ਚਿੰਤਾ ਇਹਨਾਂ ਨੇ ਕੀਤੀ। ਪਹਿਲਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੱਖ-ਵੱਖ ਥਾਵਾਂ ਤੇ ਕਾਨਫਰੰਸਾਂ ਕੀਤੀਆਂ, ਦੁਬਈ ਦੇ ਵਿੱਚ, ਇੰਗਲੈਂਡ ਦੇ ਵਿੱਚ, ਤੇ ਇੱਕ ਬੱਸ ਯਾਤਰਾ ਗੱਡੀ ਪੰਜਾਬੀ ਮਾਂ ਬੋਲੀ ਦਾ ਹੋਕਾ ਦੇਣ ਦੇ ਲਈ। ਪੰਜਾਬ ਦੇ ਵਿੱਚ ਤਾਂ ਭਾਵੇਂ ਇਸ ਗੱਲ ਨੂੰ ਹੋਰ ਵੀ ਸੰਸਥਾਵਾਂ ਕੰਮ ਕਰ ਰਹੀਆਂ ਪਰ ਇੱਕ ਵਿਲੱਖਣ ਕਿ ਆਪਣੀ ਜੇਬ ਚੋਂ ਖਰਚਾ ਕਰਕੇ ਔਰ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਕੈਨੇਡਾ ਦੀ ਇਸ ਜ਼ਿੰਦਗੀ ਤੋਂ ਪੂਰਾ ਮਹੀਨਾ ਪਿੰਡ ਗਏ, ਸ਼ਹਿਰ ਗਏ, ਵੱਡੀਆਂ ਕਾਨਫਰੰਸਾਂ ਹੋਈਆਂ। ਅੰਮ੍ਰਿਤਸਰ ਮੈਨੂੰ ਕਾਨਫਰੰਸ ਕਵਰ ਕਰਨ ਦਾ ਮੌਕਾ ਮਿਲਿਆ, ਜਲੰਧਰ, ਤਲਵੰਡੀ ਸਾਬੋ, ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸੁਣਿਆ ਡਾਕਟਰ ਦਲਬੀਰ ਸਿੰਘ ਕਥੂਰੀਆ ਬਾਰੇ ਕਿਹਾ ਕਿ ਉਹ ਦਿਲ ਦੇ ਵੀ ਅਮੀਰ ਤੇ ਖੁਦ ਵੀ ਅਮੀਰ। ਡਾਕਟਰ ਆਤਮਜੀਤ ਪ੍ਰਸਿੱਧ ਨਾਟਕਕਾਰ, ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦਾ ਨਾਮ ਹੈ, ਵੱਡੇ ਨਾਟਕ ਉਹਨਾਂ ਨੇ ਲਿਖੇ ਹੈ। ਉਹਨਾਂ ਨੇ ਵੀ ਕਿਹਾ ਕਿ ਮੇਰਾ ਮਨ ਬੜਾ ਖੁਸ਼ ਹੋਇਆ ਔਰ ਉਹਨਾਂ ਦੀ ਜਿਹੜੀ ਤਸਦੀਕ ਹੈ, ਉਹਨਾਂ ਦੀ ਜਿਹੜੀ ਪ੍ਰਮਾਣਿਕਤਾ ਹੈ ਉਹ ਬਹੁਤ ਵੱਡੀ ਹੈ ਕਿਉਂਕਿ ਉਹ ਕਹਿੰਦੇ ਮੈਂ ਬਹੁਤ ਘੱਟ ਕਾਨਫਰੰਸਾਂ ਜਾਂਦਾ ਹੈ ਪਰ ਮੈਂ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ ਕਹਿੰਦੇ ਮੈਂ ਪਹਿਲੀ ਵਾਰ ਮਿਲਿਆ। ਐਜ਼ ਏ ਪੱਤਰਕਾਰ ਮੈਂ ਜਸਵਿੰਦਰ ਸਿੰਘ ਬਿੱਟਾ, ਆਕਾਸ਼ਵਾਣੀ ਦੂਰਦਰਸ਼ਨ ਨਾਲ ਕੰਮ ਕਰਦਾ ਹਾਂ। ਮੈਂ ਇੰਡੀਆ ਤੋਂ ਆਇਆ ਔਰ ਨਾਸਰ ਸਾਹਿਬ ਤੁਹਾਡਾ ਥੈਂਕ ਯੂ, ਤੁਸੀਂ ਮੌਕਾ ਦਿੱਤਾ ਸਾਨੂੰ। ਮੈਂ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦੇ ਵਿੱਚ ਬਹੁਤ ਵੱਡੇ ਇਨਸਾਨ ਪਾਏ ਗਏ ਨੇ ਔਰ ਉਹ ਵੱਡੇ ਇਨਸਾਨ ਕਿਵੇਂ ਪਾਏ ਜਾਂਦੇ ਆ, ਉਹ ਸਾਖਸ਼ਾਤ ਜੇ ਮੈਂ ਦੇਖਿਆ ਤਾਂ ਉਹ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ ਦੇਖਿਆ, ਉਹਨਾਂ ਨੂੰ ਨੇੜੇ ਰਹਿਣ ਦਾ ਮੌਕਾ ਮਿਲਿਆ ਔਰ ਕੈਨੇਡਾ ਵਰਗੀ ਧਰਤੀ ਦੇ ਉੱਤੇ 3 ਦਿਨਾਂ ਦੀ ਕਾਨਫਰੰਸ ਦੇ ਨਾਲ ਉਹਨਾਂ ਨੇ ਪੰਜਾਬੀ ਭਵਨ ਬ੍ਰੈਂਪਟਨ ਦੇ ਵਿੱਚ ਬਣਾਉਣਾ ਇੱਕ ਏਡਾ ਵੱਡਾ ਹਾਲ। ਤੇ ਮੈਨੂੰ ਵਿਰਦੀ ਸਾਹਿਬ ਦੱਸ ਰਹੇ ਸੀਗੇ, ਪੰਗੂ ਸਾਹਿਬ ਦੱਸ ਰਹੇ ਸੀ, ਉਹ ਕਹਿੰਦੇ ਕਿ ਇਸ ਹਾਲ ਦੇ ਵਿੱਚ ਇੱਕ ਲਾਇਬ੍ਰੇਰੀ ਬਣ ਰਹੀ ਹੈ। 3 ਦਿਨਾਂ ਕਾਨਫਰੰਸ ਕੋਈ ਛੋਟੀ ਨਹੀਂ ਹੁੰਦੀ, ਕਿਸੇ ਵੱਡੇ ਵਿਆਹ ਤੋਂ ਵੀ ਵੱਡਾ ਕਾਰਜ ਹੁੰਦਾ ਹੈ ਔਰ ਉਹ ਸਿਰਜਿਆ ਡਾਕਟਰ ਦਲਬੀਰ ਸਿੰਘ ਕਥੂਰੀਆ ਸਾਹਿਬ ਨੇ। ਔਰ ਏਡੇ ਮਹਾਨ ਜਿਹੜੇ ਚਿੰਤਕ, ਸ਼ਾਇਰ, ਪੋਇਟ ਜਿਨ੍ਹਾਂ ਦੇ ਨਾਮ ਅਸੀਂ ਆਰਟੀਕਲਾਂ ਦੇ ਵਿੱਚ ਪੜ੍ਹਦੇ ਸੀਗੇ, TV ਤੇ ਦੇਖਦੇ ਸੀ, ਉਹਨਾਂ ਨੂੰ ਸਾਖਸ਼ਾਤ ਇੱਥੇ ਦਰਸ਼ਨ ਕਰਾਏ, ਚਾਹੇ ਉਹ ਭਾਸ਼ਾ ਦੇ ਹੋਣ ਜਿੱਦਾਂ ਸਰਦਾਰ ਆਪਣੇ ਪ੍ਰਿੰਸੀਪਲ ਸਰਵਣ ਸਿੰਘ ਪ੍ਰਿੰਸੀਪਲ, ਬੜਾ ਵੱਡਾ ਨਾਮ ਹੈ ਔਰ ਐਸੀਆਂ ਸ਼ਖਸੀਅਤਾਂ ਨੂੰ ਇੱਕ ਮੰਚ ਤੇ ਇਕੱਠੇ ਕਰ ਦਿੱਤਾ
ਸ਼ਾਇਦ ਇਸ ਤਰ੍ਹਾਂ ਦਾ ਮੰਚ ਅੱਗੇ ਨਾ ਕਦੇ ਹੋਏਗਾ ਤੇ ਨਾ ਕਦੇ ਹੋਏਗਾ। ਨਾਸਰ ਸਾਹਿਬ, ਤੁਸੀਂ ICTV ਦੇ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਤੇ ਇਹ ਸੁਨੇਹਾ ਡਾਕਟਰ ਦਲਬੀਰ ਸਿੰਘ ਕਥੂਰੀਆ ਦਾ ਦੁਨੀਆ ਭਰ ਦੇ ਵਿੱਚ ਜਾਏਗਾ ਔਰ ਉਹ ਦਿਨ ਆਏਗਾ ਜਦੋਂ ਇੰਡੀਆ ਦੇ ਵਿੱਚ ਵੀ ਇਹ ਗੱਲ ਚੱਲੇਗੀ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਇੱਕ ਨਵੇਂ ਕੀਰਤੀਮਾਨ ਜਿਹੜੇ ਸਿਰਜੇ ਨੇ। ਸੋ ਮੈਂ ਚਾਹਾਂਗਾ ਕਿ ਐਸੇ ਲੋਕਾਂ ਨੂੰ ਪਦਮ ਸ਼੍ਰੀ, ਪਦਮ ਵਿਭੂਸ਼ਣ ਦੇ ਨਾਲ ਗਵਰਨਮੈਂਟ ਆਫ ਇੰਡੀਆ ਨੂੰ ਅਵਾਰਡ ਦੇਣਾ ਚਾਹੀਦਾ ਹੈ। ਸੋ ਸ਼ੁਕਰੀਆ, ਤੁਸੀਂ ਮੈਨੂੰ ਸੁਣਿਆ। ICATV ਦੇ ਸਾਰੇ तमाम व्यूवर्स ਨੂੰ ਮਨਕੀਰ ਕੌਰ ਮਨੂ ਵੱਲੋਂ ਪਿਆਰ ਸੇ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ ਤੇ अस्सलाम वालेकुम। ਬੜਾ ਚੰਗਾ ਲੱਗਦਾ ਹੈ ਜਦੋਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ 7 ਸਮੁੰਦਰੋਂ ਪਾਰ ਸਾਡੇ ਆਪਣੇ ਵੀਰ ਭੈਣ ਸਰਹੱਦੋਂ ਪਾਰ ਹੱਦੋਂ ਵੱਧ ਪਿਆਰ ਕਰਨ ਵਾਲੇ ਉਸ ਦੁਨੀਆ ਤੇ, ਉਸ ਧਰਤੀ ਤੇ ਆ ਕੇ, ਉਹਨਾਂ ਰਾਹਾਂ ਤੇ ਆ ਕੇ, ਉਹਨਾਂ ਜੂਹਾਂ ਤੇ ਆ ਕੇ ਜਿੱਥੇ ਸਾਡੀ ਬੋਲੀ ਦਾ ਕੋਈ ਵੀ ਇਲਮ ਨਹੀਂ ਸੀ। ਪਰ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਤੇ ਸ਼ਾਹਮੁਖੀ ਇਕੱਠੇ ਅਸੀਂ ਮਿਲ ਜੁਲ ਕੇ ਜਦੋਂ ਵੀ ਗੁਫ਼ਤਗੂ ਕਰਦੇ ਹਾਂ, ਜਦੋਂ ਵੀ ਇਕੱਠੇ ਬੈਠਦੇ ਹਾਂ ਤੇ ਬੋਲੀ ਆਪਣੀ ਦੇ ਵਿੱਚ ਹਾਮੀ ਭਰਦੇ ਹਾਂ ਤਾਂ ਬਹੁਤ ਚੰਗਾ ਲੱਗਦਾ। ਇੱਥੇ ਮੈਂ ICATV ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮਾਂ ਬੋਲੀ ਪੰਜਾਬੀ ਨੂੰ ਲਹਿੰਦੇ ਪੰਜਾਬ ਦੇ ਉਹ ਵੀਰ ਜਿਹੜੇ ਕਿ ਇਸ TV ਦੇ ਮੁੱਖ ਆਨਰ ਨੇ, ਜਿਨ੍ਹਾਂ ਨੇ ਆ ਕੇ ਇਸ ਪੂਰੇ ਸਮਾਗਮ ਨੂੰ ਕਵਰ ਅਪ ਕੀਤਾ ਔਰ ਬਹੁਤ ਚੰਗਾ ਲੱਗਦਾ। 1947 ਦੀ ਵੰਡ ਤੇ ਸਾਡੇ ਬਹੁਤ ਕੁਝ ਵੰਡਿਆ ਗਿਆ ਪਰ ਸਾਡੀ ਬੋਲੀ ਨਹੀਂ ਵੰਡੀ ਗਈ, ਸਾਡੇ ਆਪਣਿਆਂ ਨੂੰ ਵੰਡ ਦਿੱਤਾ ਗਿਆ। ਉਸ ਧਰਤੀ ਤੇ ਬਹੁਤ ਸਾਰੇ ਖੂਨ ਦੇ ਛਿੱਟੇ ਡਿੱਗੇ ਨੇ, ਬਹੁਤ ਸਾਰਿਆਂ ਦੀਆਂ ਜਿਹੜੀਆਂ ਰੂਹਾਂ ਦੱਬੀਆਂ ਗਈਆਂ ਨੇ, ਪਰ ਸਾਡੀ ਰੂਹ ਅੱਜ ਵੀ ਕਲਪਦੀ ਹੈ। ਜਦੋਂ ਵੀ ਮਿਲਦੇ ਹਾਂ ਹਿੱਕ ਨਾ ਲਾ ਕੇ ਸਾਨੂੰ ਉਸੇ ਦਿਨ ਇੰਝ ਲੱਗਦਾ ਕਿ ਅੱਜ ਸੱਚਮੁੱਚ ਈਦ ਹੈ। ਜ਼ਰੂਰੀ ਨਹੀਂ ਕਿ ਈਦ ਨੂੰ ਹੀ ਗਲੇ ਲੱਗਦੇ ਹਾਂ, ਜਦੋਂ ਵੀ ਮਿਲਦੇ ਹਾਂ ਅਸੀਂ ਗਲੇ ਲੱਗਦੇ ਹਾਂ। ਪਰ ਆਹ ਮਾਂ ਬੋਲੀ ਨੂੰ ਮੈਨੂੰ ਮਿਲਿਆ ਨਾ ਮਾਏ ਤੇਰੀ ਗੋਦੀ ਜਿੰਨਾ ਸੁੱਖ ਨਹੀਂ, ਮੈਂ ਜਿੰਨੀ ਵਾਰੀ ਮੁੜਾ ਮੈਨੂੰ ਮਿਲੇ ਤੇਰੀ ਭੁੱਖ ਨਹੀਂ। ਅਸੀਂ ਸਦਕੇ ਜਾਈਏ ਉਹਨਾਂ ਵੀਰਾਂ ਦੇ, ਅਸੀਂ ਸਦਕੇ ਜਾਈਏ ਉਹਨਾਂ ਭੈਣਾਂ ਦੇ ਜਿਨ੍ਹਾਂ ਨੇ ਇਸ ਮਾਂ ਬੋਲੀ ਕਲਚਰ ਨੂੰ, ਸਮਾਗਮ ਨੂੰ ਚਾਰ ਚੰਦ ਲਾਏ ਨੇ, ਜਿੰਨੇ ਲੰਮੇ ਪੈਂਡੇ ਤੈਅ ਕਰਕੇ ਆਏ ਨੇ, ਔਰ ਖਾਸ ਕਰਕੇ ਸਾਡੇ ਮੀਡੀਆ ਵਾਲੇ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਇਸ ਪੂਰੇ ਪ੍ਰੋਗਰਾਮ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ। ਅੱਜ ਮੈਂ ਵੀ ਵਿਨੀਪੈਗ ਤੋਂ ਸੀਨੀਅਰ ਜਰਨਲਿਸਟ ਜਿਹੜੀ ਕਿ ਪਿਛਲੇ 3.5 ਦਹਾਕਿਆਂ ਤੋਂ ਮਾਂ ਬੋਲੀ ਦੀ ਸੇਵਾ ਕਰਦੀ ਆ ਰਹੀ ਹਾਂ। ਮਾਂ ਬੋਲੀ ਨੂੰ ਦੇ ਕਲਚਰ ਨੂੰ, ਪੰਜਾਬੀਅਤ ਦਾ ਮਾਣ ਜੋ ਸਾਡੇ ਆਪਣੀ ਪਹਿਚਾਣ ਆ, ਸਾਡਾ ਲਿਬਾਸ ਆ। ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇੱਕ ਨਿੱਕਾ ਜਿਹਾ ਪੰਜਾਬ, ਲਹਿੰਦਾ ਚੜ੍ਹਦਾ ਪੰਜਾਬ ਵਸਾ ਲਿਆ। ਸੋ ਸਾਨੂੰ ਬਹੁਤ ਚੰਗਾ ਲੱਗਦਾ। ਸ਼ਾਹਮੁਖੀ ਆ, ਬੋਲਦੇ ਇੱਕੋ ਜਿਹੀ ਆ ਪਰ ਲਿਖਣ ਵਿੱਚ ਉਰਦੂ ਲੱਗਦੀ ਆ। ਤੇ ਸਾਨੂੰ, ਮੈਂ ਸਾਡੇ ਸ਼ਾਹਮੁਖੀ ਵਾਲਿਆਂ ਵੀਰਾਂ ਨੂੰ ਵੀ ਕਹੂੰਗੀ ਕਿ ਆਪਣੇ ਆਉਣ ਵਾਲੀਆਂ ਜਨਰੇਸ਼ਨ ਨੂੰ ਪੰਜਾਬੀ ਨਾਲ ਜੋੜੋ, ਸ਼ਾਹਮੁਖੀ ਨਾਲ ਜੋੜੋ, ਤਾਂ ਜੋ ਸਾਡੀ ਇਹ ਜਿਹੜੀ ਪਹਿਚਾਣ ਆ, ਸਾਡੀ ਸਮਾਨ ਇਸੇ ਤਰ੍ਹਾਂ ਬਰਕਰਾਰ ਰਹੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੋ ਰੇਡੀਓ ਆਪਣਾ ਨੂੰ ਵੀ, TV ਆਪਣਾ ਨੂੰ ਵੀ ਸੁਣਦੇ ਰਹੋ। ਬਹੁਤ ਸਾਰੇ ਪਾਕਿਸਤਾਨ ਨੂੰ ਬਹੁਤ ਜਲਦ ਤੁਹਾਡੇ ਸ਼ਹਿਰ, ਤੁਹਾਡੇ ਇਹਨਾਂ ਲਾਹੌਰ ਤੋਂ ਲੈ ਕੇ ਪੰਜਾ ਸਾਹਿਬ, ਹਸਨ ਅਬਦਾਦ ਤੱਕ ਲੈ ਕੇ ਪਹੁੰਚ ਰਹੀਆਂ ਵੱਡਾ ਜੱਥਾ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਪਾਕਿਸਤਾਨ ਦਾ। ਸੋ ਧੰਨਵਾਦ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਇਹ 3 ਦਿਨਾਂ ਦੇ ਪ੍ਰੋਗਰਾਮ ਦੀਆਂ ਦਲਬੀਰ ਸਿੰਘ ਕਥੂਰੀਆ ਜੀ ਨੇ ਜਿਹੜਾ ਇਹ ਕੀਤਾ ਪ੍ਰੋਗਰਾਮ, ਇਹ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਇਸ ਜਿਹੜੀ ਸਾਲਾਨਾ ਅੱਜ ਪ੍ਰੋਗਰਾਮ ਇਹ ਕੀਤਾ ਵਾ, ਇਹਦੇ ਵਿੱਚ ਸਾਰੇ ਪਹਿਲਾਂ ਦਰਸ਼ਕਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਦਾ ਪ੍ਰੋਗਰਾਮ ਤੀਸਰੇ ਦਿਨ ਦਾ ਸਾਰਿਆਂ ਨਾਲੋਂ ਵਧੀਆ ਤੇ ਪ੍ਰੋਗਰਾਮ ਸਾਰਾ ਤੁਸੀਂ ਬਣਾਉਣਾ ਹੈ, ਕਿਉਂਕਿ ਇਹ ਜਿਹੜਾ ਕੰਮ ਕਰਨ ਦੇ ਨਾਲ ਹੀ ਦਲਬੀਰ ਸਿੰਘ ਕਥੂਰੀਆ ਤੇ ਸਾਰੀ ਟੀਮ ਦੇ ਨਾਲ ਇਹ ਸਾਰਾ ਗੁਲਦਸਤਾ ਬਣਨਾ ਹੈ। ਇਹ ਭਾਂਤ ਦੇ ਸਾਰੇ ਸ਼ਹਿਰਾਂ ਵਿੱਚੋਂ, ਵਰਲਡ ਦੇ ਵਿੱਚੋਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਤੇ ਇਹਨਾਂ ਨੇ ਸਾਰਿਆਂ ਨੂੰ ਵਧੀਆ ਕੰਮ ਕਰਕੇ ਇਹ ਵੱਡਾ, ਸਭ ਤੋਂ ਵੱਡਾ ਗੁਲਦਸਤਾ ਭਾਰਤ ਦੇ ਵਿੱਚ, ਵਿਸ਼ਵ ਦੇ ਵਿੱਚ ਇਹ ਬਣਾਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਗਾਇਕ ਹੀਰਾ ਧਾਰੀਵਾਲ। ਸੋ ਮੇਰੇ ਵੱਲੋਂ ਤੇ ਵਰਲਡ ਪੰਜਾਬੀ ਕਾਨਫਰੰਸ ਦੀ ਸਾਰੀ ਐਸੋਸੀਏਸ਼ਨ ਵੱਲੋਂ ਸਾਰਿਆਂ ਦਾ ਹਾਰਦਿਕ ਸਵਾਗਤ। ਤੁਸੀਂ 3 ਦਿਨ ਇੱਥੇ ਸਾਰੇ ਆ ਕੇ ਆਪਣਾ ਟਾਈਮ ਸਪੈਂਡ ਕੀਤਾ ਔਰ ਇਸ ਕਾਨਫਰੰਸ ਨੂੰ 4 ਚੰਨ ਲਾਏ ਨੇ ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਮੇਰਾ ਗੀਤ ਪੰਜਾਬੀ ਕਿੰਗ 2 ਆਇਆ ਤੇ ਉਹਨੂੰ ਵੀ ਸਾਰੇ ਰਿਸਪੌਂਸ ਦਿਓ। ਤਾਂ ਮੈਂ ਸਾਰੇ ਜਿੰਨੇ ਵੀ ਲੋਕ ਆਏ ਨੇ, ਬੁੱਧੀਜੀਵੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਸੁੰਦਰਪਾਲ ਰਾਜਸਥਾਨ ਸੀ। ਮੈਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਵੂਮਨ ਬੈਂਕ ਦੀ ਸਰਪ੍ਰਸਤ ਤੇ ਇੱਥੇ 3 ਦਿਨਾਂ ਦੀ ਕਾਨਫਰੰਸ ਹੋਈ ਆ 16 17 18 ਨੂੰ ਤੇ ਬਹੁਤ ਹੀ ਵਧੀਆ ਪੇਪਰ ਪੜ੍ਹੇ ਗਏ ਨੇ। ਪੰਜਾਬੀ ਮਾਂ ਬੋਲੀ ਦੀਆਂ ਬਾਤਾਂ ਪਾਈਆਂ ਗਈਆਂ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਦਾਂ ਦੀਆਂ ਕਾਨਫਰੰਸਾਂ ਜਿਹੜੀਆਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਇਸੇ ਤਰ੍ਹਾਂ ਅਸੀਂ ਆਪਣੀ ਨਵੀਂ ਪਨੀਰੀ ਨੂੰ ਵੀ ਇਸੇ ਤਰ੍ਹਾਂ ਜੋੜ ਸਕਦੇ ਹਾਂ। ਜੇ ਮਾਂ ਬੋਲੀ ਭੁੱਲ ਜਾਵਾਂਗੇ, ਕੱਖਾਂ ਵਾਂਗ ਰੋਲ ਜਾਵਾਂਗੇ ਤੇ ਸਾਡੀ ਇਸ ਕਾਨਫਰੰਸ ਨੂੰ ਸਫਲਤਾਪੂਰਵਕ ਕਾਨਫਰੰਸ ਕਿਹਾ ਜਾ ਸਕਦਾ ਹੈ। ਤੀਸਰੀ ਕਾਨਫਰੰਸ ਸੀ ਇੱਕ ਦੁਬਈ 'ਚ ਕੀਤੀ, ਇੱਕ ਲਾਹੌਰ ਤੇ ਸਾਡੀ ਇੱਕ ਬਰੈਂਪਟਨ ਦੀ ਧਰਤੀ ਤੇ ਹੋਈ ਆ ਤੇ ਮੈਂ ਸਾਰੀ ਵਿਸ਼ਵ ਪੰਜਾਬੀ ਸਭਾ ਡਾਕਟਰ ਦਲਬੀਰ ਸਿੰਘ ਦੀ ਕਥੂਰੀਆ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਹਾਂ, ਮੁਬਾਰਕਬਾਦ ਤੇ ਇਦਾਂ ਦੇ ਡੂੰਘੀ ਛਾਪ ਛੱਡ ਗਈ ਆ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਗੁਰਜਤਿੰਦਰ ਸਿੰਘ ਰੰਧਾਵਾ, ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ICA ਦੇ ਸ਼ੋਇਬ ਸਾਹਿਬ ਅੱਜ ਇੱਕ ਅਜਿਹਾ ਪ੍ਰੋਗਰਾਮ ਕਵਰ ਕਰਨ ਲਈ ਇੱਥੇ ਪਹੁੰਚੇ ਹੋਏ ਕੈਨੇਡਾ ਟੋਰਾਂਟੋ 'ਚ, ਜਿਹੜਾ ਕਿ ਪੰਜਾਬੀ ਮਾਂ ਬੋਲੀ ਲਈ ਕਰਵਾਇਆ ਜਾ ਰਿਹਾ। ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਇਕੱਲਾ ਕੋਈ ਇੱਕ ਖਿੱਤੇ ਦਾ ਨਹੀਂ ਹੈਗਾ, ਇਹ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਲਈ ਕਰਵਾਇਆ ਜਾ ਰਿਹਾ। ਬੜੀ ਵੱਡੀ ਇਹ ਕਾਨਫਰੰਸ ਆ, ਵਰਲਡ ਪੰਜਾਬੀ ਕਾਨਫਰੰਸ ਆ ਤੇ ਇਹ ਜਿਹੜਾ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਇਕੱਲੇ ਇੰਡੀਆ ਤੋਂ ਜਾਂ ਪੰਜਾਬ ਤੋਂ ਬੰਦੇ ਆਏ ਆ। ਇੱਥੇ ਅਮਰੀਕਾ ਤੋਂ, ਪਾਕਿਸਤਾਨ ਤੋਂ, ਕੈਨੇਡਾ ਦੇ ਜਾਂ ਯੂਰਪ ਦੇ ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ ਲੋਕ ਇੱਥੇ ਪਹੁੰਚੇ ਆ। ਇਹ ਲੋਕ ਜਿਹੜੇ ਆ ਇਹ ਪੰਜਾਬੀ ਮਾਂ ਬੋਲੀ ਦੇ ਦਰਦੀ ਆ। ਇਹਨਾਂ ਨੂੰ ਬੜਾ ਦੁੱਖ ਆ ਕਿਉਂਕਿ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਦਾ ਜਿਹੜੀ ਸਾਂਭ ਸੰਭਾਲ ਆ ਉਹ ਕੀਤੀ ਜਾ ਸਕੇ, ਆਉਣ ਵਾਲੇ ਪੀੜ੍ਹੀ ਨੂੰ ਇਹਦੇ ਨਾਲ ਜੋੜਿਆ ਜਾ ਸਕੇ। ਕਿਉਂਕਿ ਅੱਜ ਜਿਹੜਾ ਜ਼ਮਾਨਾ ਉਹ ਮਲਟੀਪਲ ਭਾਸ਼ਾਵਾਂ ਵੱਲ ਨੂੰ ਜਾ ਰਿਹਾ, ਮਲਟੀ ਲੈਂਗੁਏਜ ਵੱਲ ਨੂੰ ਜਾ ਰਿਹਾ ਤੇ ਉਹ ਬੜੀ ਇੱਕ ਤਰਾਸਦੀ ਦੀ ਗੱਲ ਹੋ ਜਾਂਦੀ ਹੈ ਜਦੋਂ ਸਾਡੇ ਬੱਚੇ ਬਾਹਰਲੇ ਮੁਲਕਾਂ 'ਚ ਖਾਸ ਕਰਕੇ ਜਾਂਦੇ ਆ ਤੇ ਉਹ ਆਪਣੀ ਬੋਲੀ ਭੁੱਲ ਕੇ, ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਜਿੱਥੇ ਰਹਿੰਦੇ ਉੱਥੋਂ ਦੀ ਬੋਲੀ ਬੋਲਣ ਲੱਗ ਪੈਂਦੇ। ਜਿਵੇਂ ਇੱਥੇ ਕੈਨੇਡਾ ਜਾਂ ਅਮਰੀਕਾ 'ਚ ਅੰਗਰੇਜ਼ੀ ਜਿਹੜੀ ਉਹ ਬੋਲੀ ਜਾਂਦੀ ਆ ਤੇ ਆਪਣੀ ਬੋਲੀ ਤੋਂ ਉਹ ਵਿਸਰ ਜਾਂਦੇ ਆ। ਤੇ ਸੋ ਅਜਿਹੇ ਜਿਹੜੇ ਕਾਨਫਰੰਸ ਹੁੰਦੀਆਂ ਉਹ ਆਉਣ ਵਾਲੀ ਨਸਲ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸੁਨੇਹਾ ਦੇ ਕੇ ਜਾਂਦੀਆਂ, ਉਹਨਾਂ ਨੂੰ ਨਾਲ ਜੋੜਨ ਲਈ ਇਹ ਸਾਰੇ ਕੰਮ ਕੀਤੇ ਜਾਂਦੇ ਆ। ਬਹੁਤ ਸਾਰੇ ਬੁੱਧੀਜੀਵੀ, ਬਹੁਤ ਨਾਮਵਰ ਜਿਹੜੇ ਸਾਹਿਤਕਾਰ ਆ ਉਹ ਇਸ ਕਾਨਫਰੰਸ ਵਿੱਚ ਪਹੁੰਚੇ ਸੀ, ਜਿਨ੍ਹਾਂ ਨੇ ਇਹ ਦੱਸਿਆ ਕਿਸ ਤਰੀਕੇ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਨਾਲ ਪੰਜਾਬੀ ਭਾਸ਼ਾ ਨਾਲ ਜੋੜ ਸਕਦੇ ਹਾਂ। ਧੰਨਵਾਦ ਬਹੁਤ ਬਹੁਤ। ICA TV ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਨਾਲ ਆਦਾਬ ਤੇ ਨਾਸਿਰ ਸਾਹਿਬ ਨੂੰ ਵੀ ਆਦਾਬ। ਮੈਂ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਤੇ ਨਾਸਿਰ ਸਾਹਿਬ ਨਾਲ ਮੁਲਾਕਾਤ ਹੋਈ। ਇਹ 3 ਦਿਨ ਦਾ ਪ੍ਰੋਗਰਾਮ ਸੀਗਾ। ਇਹਦੇ ਵਿੱਚ ਸਾਡੇ ਪੂਰੇ ਇੰਡੀਆ ਤੋਂ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਬਹੁਤ ਹੀ ਸਾਰੇ ਸੂਝਵਾਨ ਸਾਹਿਤਕਾਰ ਤੇ ਅਦਬੀ ਲੋਕਾਂ ਦੀ ਇੱਥੇ ਸ਼ਮੂਲੀਅਤ ਹੋਈ। ਉਹਨਾਂ ਨੂੰ ਮਿਲ ਕੇ ਇੰਨਾ ਕਿ ਚੰਗਾ ਲੱਗਿਆ। ਉਹਨਾਂ ਦੇ ਵਿਚਾਰਾਂ ਤੋਂ, ਉਹਨਾਂ ਦੀ ਜੋ ਉਹਨਾਂ ਦੀ ਸਲਾਹੀਅਤ ਸੀ ਆਪਣੇ ਵਿਸ਼ੇ ਦੇ ਵਿੱਚ, ਉਹਨਾਂ ਨੇ ਆਪਣੇ ਵੱਲੋਂ ਪੇਪਰ ਪੜ੍ਹੇ ਗਏ, ਡਰਾਮਾ ਖੇਡਿਆ ਗਿਆ, ਪੋਇਟਰੀ ਸੁਣਾਈ ਗਈ ਤੇ ਇਹ ਸਾਰੀਆਂ ਚੀਜ਼ਾਂ ਇੰਨੀਆਂ ਕੁ ਸਾਡੇ ਦਿਮਾਗ ਨੂੰ ਚਾਨਣ ਵੰਡਣ ਵਾਲੀਆਂ ਸੀਗੀਆਂ ਤੇ ਸਾਡੇ ਡਰਾਮਾ ਨਿਗਾਰ ਬਹੁਤ ਹੀ ਜਿਹੜੇ ਤਜਰਬੇਕਾਰ ਸੀਗੇ। ਉਹਨਾਂ ਦਾ ਬਹੁਤ ਹੀ ਨਾਟਕ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਬਹੁਤ ਉੱਚਾ ਨਾਮ ਹੈ ਆਤਮਜੀਤ ਸਿੰਘ ਜੀ ਤੇ ਹੋਰ ਬਹੁਤ ਹੀ ਉੱਘੇ ਵਿਦਵਾਨ ਆਏ ਸੀਗੇ, ਡਾਕਟਰ ਵਿਰਕ ਤੇ ਮੈਨੂੰ ਬਹੁਤ ਸਾਰੇ ਵਿਦਵਾਨਾਂ ਦੇ ਨਾਮ ਨਹੀਂ ਪਤਾ, ਪਰ ਬਹੁਤ ਹੀ ਸ਼ਾਨਦਾਰ ਇਹ ਸਮਾਗਮ ਹੋਇਆ। ਔਰ ਮੈਂ ਚਾਹੁੰਦਾ ਕਿ ਜਿੰਨੇ ਵੀ ਬੰਦਿਆਂ ਨੇ ਇੱਥੇ ਆ ਕੇ ਸ਼ਿਰਕਤ ਕੀਤੀ ਆ ਉਹ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋਣਗੇ। ਔਰ ਖਾਸ ਕਰਕੇ ਮੈਂ ਲਹਿੰਦੇ ਪੰਜਾਬ ਤੋਂ ਇੱਕ ਗਰੁੱਪ ਨੂੰ ਮੈਂ ਮਿਲਿਆ ਜਿਹੜੇ ਆਪਣੇ ਰਵਾਇਤੀ ਪੋਸ਼ਾਕ ਦੇ ਵਿੱਚ ਆਏ ਸੀ। ਉਹਨਾਂ ਨੂੰ ਮਿਲ ਕੇ ਦਿਲ ਬਾਗ-ਬਾਗ ਹੋ ਗਿਆ ਜੀ। ਉਹਨਾਂ ਦੇ ਜੋ ਦਸਤਾਰਾਂ ਬਣੀਆਂ ਹੋਈਆਂ ਸੀ, ਇਹ ਕਦੇ ਇੱਥੇ ਮੌਕਾ ਨਹੀਂ ਮਿਲਿਆ ਕਦੇ ਦੇਖਣ ਦਾ। ਔਰ ਪਾਕਿਸਤਾਨ ਅਸੀਂ ਜਾ ਨਹੀਂ ਪਾਏ, ਪਰ ਉੱਥੋਂ ਦੀ ਰੂਹ ਸਾਨੂੰ ਜਿਹੜੀ ਇੱਥੇ ਦੇਖਣ ਨੂੰ ਮਿਲੀ, ਬਹੁਤ ਹੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ। ਧੰਨਵਾਦ। ਹਾਂਜੀ, ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
ਅੱਜ ਮੈਂ ਦੱਸਣਾ ਚਾਹੁੰਦਾ ਕਿ ਅੱਜ ਕਾਨਫਰੰਸ ਦਾ ਆਖਰੀ ਦਿਨ ਸੀ ਔਰ ਬਹੁਤ ਵਧੀਆ ਢੰਗ ਨਾਲ ਇਹ ਨੇਪਰੇ ਚੜੀ ਆ। ਮੈਂ ਬਹੁਤ ਬੁੱਧੀਜੀਵੀ ਇੰਟੈਲੈਕਚੁਅਲ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਜਾਣ ਵਾਸਤੇ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਵਾਸਤੇ ਗੱਲਾਂ ਬਾਤਾਂ ਕੀਤੀਆਂ, ਨਵੇਂ ਸੁਝਾਅ ਦਿੱਤੇ ਆ। ਜੋ ਕਮੀਆਂ ਪੇਸ਼ੀਆਂ, ਜੋ ਸਾਨੂੰ ਔਖਿਆਈਆਂ ਆ ਰਹੀਆਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਿੱਚ, ਪੰਜਾਬੀ ਨਾਲ ਜੋੜਨ ਵਿੱਚ, ਉਹਦੇ ਬਾਰੇ ਗੱਲਾਂ ਬਾਤਾਂ ਹੋਈਆਂ। ਮੇਰਾ ਖਿਆਲ ਹੈ ਕਿ ਜਿੰਨੇ ਭਰਵੇਂ ਢੰਗ ਨਾਲ, ਜਿੰਨੇ ਵਧੀਆ ਢੰਗ ਨਾਲ ਗੱਲਾਂ ਬਾਤਾਂ ਕੀਤੀਆਂ, ਜੇ ਅਸੀਂ ਉਹਨਾਂ 'ਤੇ ਥੋੜ੍ਹਾ ਬਹੁਤ ਵੀ ਅਸਰ ਕਰੀਏ, ਉਹਨਾਂ ਨੂੰ ਅਪਣਾਈਏ, ਤੇ ਅਸੀਂ ਜ਼ਰੂਰ ਜਿਹੜੀ ਸਾਡਾ ਫਿਕਰ ਆ, ਸਾਡੀ ਫਿਕਰਮੰਦੀ ਆ ਕਿ ਪੰਜਾਬੀ ਮਾਂ ਬੋਲੀ ਖਤਮ ਹੋ ਰਹੀ ਹੈ, ਇਹਨੂੰ ਬਚਾਉਣ ਵਿੱਚ ਜ਼ਰੂਰ ਅਸੀਂ ਸਹਾਈ ਹੋਵਾਂਗੇ। ਹੁੰਦੇ ਰਹਿਣੇ ਚਾਹੀਦੇ ਆ। ਅੱਜ ਇਸ ਪ੍ਰੋਗਰਾਮ ਤੇ ਸਾਰੇ ਆਯੋਜਕਾਂ ਨੂੰ ਮੈਂ ਬਹੁਤ ਵਧਾਈ ਦਿੰਦੇ ਆ। ਸਾਰੇ ਆਏ ਹੋਏ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਦੇ ਆ। ਸਾਰੇ ਲੋਕਲ ਜੋ ਵੀਰ ਭੈਣ ਭਰਾ ਇੱਥੇ ਆਏ ਆ, ਬੱਚੇ, ਨੌਜਵਾਨ ਬੱਚੇ ਆਏ ਆ, ਉਹਨਾਂ ਦਾ ਬਹੁਤ ਧੰਨਵਾਦ। ਔਰ ਅੱਗੇ ਤੋਂ ਵੀ ਅਪੀਲ ਆ ਕਿ ਜਦੋਂ ਵੀ ਇਦਾਂ ਦੇ ਪ੍ਰੋਗਰਾਮ ਕੋਈ ਵੀ ਪੰਜਾਬੀ ਮਾਂ ਬੋਲੀ ਲਈ ਕੀਤੇ ਜਾਂਦੇ ਆ, ਪੰਜਾਬੀ ਸੱਭਿਆਚਾਰ ਲਈ ਕੀਤੇ ਜਾਂਦੇ ਆ, ਉਹਨਾਂ ਵਿੱਚ ਜ਼ਰੂਰ ਸ਼ਿਰਕਤ ਕਰਿਆ ਕਰੋ। ਬਹੁਤ ਧੰਨਵਾਦ। ਤੇ ਮੈਂ ਖਾਸ ਤੌਰ ਤੇ ICA TV ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਥੇ ਲਾਈਵ ਕਵਰੇਜ ਕੀਤੀ ਆ ਲਗਾਤਾਰ 3 ਦਿਨ।